ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਜੁੜ ਗਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਅੱਜ ਹੈ ਜੀ 1 ਨਵੰਬਰ। ਬਹੁਤ ਕੁਛ ਹੈ ਅੱਜ ਦਾ ਦਿਨ ਆਪਦੇ ਗਰਭ ਦੇ ਵਿੱਚ, ਆਪਣੇ ਇਤਿਹਾਸ ਦੇ ਵਿੱਚ ਬੜਾ ਕੁਛ ਸਮੋਈ ਬੈਠਾ ਹੈ। ਕੋਈ ਅੱਜ ਵਧਾਈਆਂ ਦੇ ਰਿਹਾ, ਕੋਈ ਰੋਣੇ ਰੋ ਰਿਹਾ, ਕੋਈ ਜ਼ਖਮਾਂ ਵੱਲ ਦੇਖ ਰਿਹਾ। ਜਦੋਂ ਅਸੀਂ 1 ਨਵੰਬਰ ਦੀ ਗੱਲ ਕਰਦੇ ਹਾਂ, ਦਾਨੇਵਾਲ ਸਾਹਿਬ ਵਿੱਚ ਬਹੁਤ ਕੁਛ ਛੁਪਿਆ ਪਿਆ ਜੀ। ਜਦੋਂ ਅਸੀਂ ਇਤਿਹਾਸ ਦੇ ਪੰਨਿਆਂ 'ਤੇ ਨਜ਼ਰ ਮਾਰੀਏ ਜੀ ਤਾਂ ਮੇਰੇ ਦਿਮਾਗ ਦੇ ਵਿੱਚ ਪਹਿਲਾਂ ਆਉਂਦਾ 1913 ਜੀ। 1 ਨਵੰਬਰ 1913। ਹਾਲਾਂਕਿ ਜਿਹੜੇ ਸਾਡੇ ਵੱਡੇ ਵਡੇਰੇ ਕਮਾਈਆਂ ਕਰਨ ਵਾਸਤੇ ਇੰਗਲੈਂਡ, ਅਮਰੀਕਾ, ਕੈਨੇਡਾ ਵਗੈਰਾ ਦੇਸ਼ਾਂ 'ਚ ਗਏ ਸੀ, ਬਾਹਰਲੇ ਦੇਸ਼ਾਂ ਦੇ ਵਿੱਚ, ਉੱਥੇ ਜਾ ਕੇ ਉਹਨਾਂ ਨੇ ਕਮਾਈਆਂ ਵੀ ਕੀਤੀਆਂ, ਆਪਣੇ ਕਾਰੋਬਾਰ ਵੀ ਖੜੇ ਕੀਤੇ। ਲੇਕਿਨ ਜਿਹੜਾ ਉੱਥੇ ਉਹਨਾਂ ਦੇ ਨਾਲ ਗੁਲਾਮਾਂ ਵਾਲਾ ਸਲੀਕਾ ਹੁੰਦਾ ਸੀ, ਸਲੂਕ ਹੁੰਦਾ ਸੀ, ਬਿਲਕੁਲ ਜੋ ਵਰਤਾਓ ਹੁੰਦਾ ਸੀ, ਕਹਿੰਦੇ ਇਹ ਲਿਖ ਕੇ ਲਾ ਦਿੱਤਾ ਜਾਂਦਾ ਸੀ ਕਿ ਇਸ ਪਾਸੇ ਕੁੱਤੇ ਤੇ ਭਾਰਤੀ ਨਾ ਆਉਣ। ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਊਡ। ਇਹ ਚੀਜ਼ਾਂ ਲਿਖੀਆਂ ਜਾਂਦੀਆਂ ਸੀ। ਉਹਨਾਂ ਨੂੰ ਉੱਥੇ ਜਾ ਕੇ ਗੁਲਾਮੀ ਦਾ ਅਹਿਸਾਸ ਹੋਇਆ। ਦੇਸ਼ ਮਿਲਣ ਧੱਕੇ ਪਰਦੇਸ ਟੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ। ਇਹ ਉਹਨਾਂ ਨੇ ਆਪਣੇ ਜਿਹੜੇ ਗੀਤ ਉਚਾਰਨੇ ਸ਼ੁਰੂ ਕੀਤੇ ਅਤੇ ਫਿਰ ਉਹਨਾਂ ਨੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਜੀ।
ਲੇਕਿਨ ਗਦਰ ਪਾਰਟੀ ਦਾ ਜਿਹੜਾ ਪਰਚਮ ਹੈ, ਜਿਹੜਾ ਗਦਰ ਪਾਰਟੀ ਦਾ ਸਪੋਕਸਪਰਸਨ ਸੀ, ਗਦਰ ਅਖਬਾਰ, ਉਹ ਕੁਛ ਮਹੀਨੇ ਬਾਅਦ 1 ਨਵੰਬਰ 1913 ਨੂੰ ਸ਼ੁਰੂ ਹੋਇਆ ਸੀ ਜੀ। ਔਰ ਉਹਦੇ ਪੰਜਾਬੀ ਐਡੀਸ਼ਨ ਦੇ ਐਡੀਟਰ 17-18 ਸਾਲਾਂ ਦੇ ਜੀ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਬਣਾਇਆ ਗਿਆ ਸੀ। ਐਡੀ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਜ਼ਿੰਮੇਵਾਰੀ ਤੇ ਉਹਨਾਂ ਨੇ ਬਾਖੂਬੀ ਨਿਭਾਈ। ਅੱਜ ਲੋਕ ਕਹਿ ਦਿੰਦੇ ਆ ਜੀ ਚਰਖਾ ਕੱਤਣ ਦੇ ਨਾਲ ਆਜ਼ਾਦੀ ਆ ਗਈ, ਕੋਈ ਕਹਿੰਦਾ ਜੀ ਵਰਤ ਰੱਖਣ ਨਾਲ ਆਜ਼ਾਦੀ ਆ ਗਈ, ਕੋਈ ਕਹਿੰਦਾ ਜੀ ਭਜਨ ਬੰਦਗੀ ਨਾਲ ਆਜ਼ਾਦੀ ਆ ਗਈ, ਕੋਈ ਕਹਿੰਦਾ ਜੀ ਪ੍ਰਭਾਤ ਫੇਰੀਆਂ ਨਿਕਲਦੀਆਂ ਸੀ ਉਹਦੇ ਨਾਲ ਆਜ਼ਾਦੀ ਆ ਗਈ। ਲੇਕਿਨ ਜਿਹੜੀ ਅਸਲ ਆਜ਼ਾਦੀ ਦੀ ਚਿਣਗ ਹੈ ਇਹ 1 ਨਵੰਬਰ 1913 ਨੂੰ ਗਦਰ ਪਾਰਟੀ ਦੇ ਅਖਬਾਰ ਗਦਰ ਦੇ ਨਾਲ ਸ਼ੁਰੂ ਹੋਈ ਜੀ। ਔਰ ਇਹ ਤੋਂ ਬਾਅਦ ਫਿਰ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀ ਇੱਥੇ ਆਉਂਦੇ ਹੈ, ਗਦਰ ਆਯੋਜਨ ਕਰਨ ਦਾ ਉਹ ਯਤਨ ਕਰਦੇ ਹੈ। ਕੋਸ਼ਿਸ਼ਾਂ ਹੋਈਆਂ, ਸਫਲਤਾ ਮਿਲੀ ਨਹੀਂ ਮਿਲੀ, ਬੜਾ ਕੁਛ ਹੋਇਆ। ਲੇਕਿਨ ਜੇ ਅਸੀਂ ਗਾਂਹ ਦੇਖੀਏ ਤਾਂ ਫਿਰ ਉਹੀ ਪੀੜ੍ਹੀ ਅੱਗੇ ਤੁਰਦੀ ਹੈ। ਉਹਦੇ ਵਿੱਚੋਂ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਤੁਰਦੇ ਹੈ। ਔਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਸ ਢੰਗ ਦੇ ਨਾਲ ਇੱਥੇ ਜਦੋਜਹਿਦ ਸ਼ੁਰੂ ਕਰਦੇ ਹੈ, ਜੇ ਅੱਜ ਮੁਲਕ ਆਜ਼ਾਦ ਹੋਇਆ ਤੇ ਉਹਦੀ ਬਦੌਲਤ ਹੋਇਆ ਜੀ। ਅੱਜ ਵੀ ਚਾਹੇ ਲਹਿੰਦਾ ਪੰਜਾਬ ਹੈ ਤੇ ਚਾਹੇ ਚੜ੍ਹਦਾ ਪੰਜਾਬ ਹੈ, ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਲੋਕ ਯਾਦ ਕਰਦੇ ਹੈ। ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਉਤਸਵ 'ਤੇ ਜਦੋਂ ਅਸੀਂ ਗਏ ਹਾਂ ਪਾਕਿਸਤਾਨ 'ਚ, ਉਦੋਂ ਅਸੀਂ ਜਾ ਕੇ ਉਹ ਚੌਕ ਨੂੰ ਵੀ ਨਤਮਸਤਕ ਹੋਏ ਸਾਂ, ਜਿਸ ਚੌਕ ਦਾ ਨਾਂ ਅੱਜ ਕੱਲ੍ਹ ਸ਼ਾਦਮਾਨ ਚੌਕ ਹੈ। ਤੇ ਉਦੋਂ ਉਹ ਲਾਹੌਰ ਜੇਲ੍ਹ ਦਾ ਹਿੱਸਾ ਹੁੰਦਾ ਸੀ ਜੀ। ਸ਼ਾਦਮਾਨ ਚੌਕ ਵਾਲੀ ਉਹ ਜਗ੍ਹਾ ਸੀ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਗਈ ਸੀ। ਤੇ ਫਿਰ ਕਿਵੇਂ ਸਤਲੁਜ ਦੀ ਬਹਿੰਦੇ ਜਿਹੜੇ ਪਾਣੀਆਂ ਦੇ ਵਿੱਚ ਉਹਨਾਂ ਦੀਆਂ ਅੱਧ ਜਲੀਆਂ ਲਾਸ਼ਾਂ ਨੂੰ ਸੁੱਟਿਆ ਗਿਆ ਸੀ ਵਗੈਰਾ ਵਗੈਰਾ। ਸੋ ਇੱਕ ਤਾਂ ਇਤਿਹਾਸ ਦਾ ਹੈਗਾ ਇਹ। ਦੂਜਾ ਇਤਿਹਾਸ ਇਹ ਹੈ ਕਿ 1 ਨਵੰਬਰ 1956 ਨੂੰ ਹੀ ਜਿਹੜੀ ਭਾਸ਼ਾ ਦੇ ਆਧਾਰ ਦੇ ਉੱਤੇ ਕੁਝ ਸੂਬੇ ਬਣਾਏ ਗਏ ਸੀ ਜੀ। ਕਿਉਂਕਿ ਆਜ਼ਾਦੀ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਸੂਬਿਆਂ ਦੀ ਜਿਹੜੀ ਹੈਗੀ ਹੈ ਰੀਆਰਗਨਾਈਜੇਸ਼ਨ ਕੀਤਾ ਜਾਊਗਾ, ਔਰ ਇਹ ਕੀਤਾ ਜਾਊਗਾ ਭਾਸ਼ਾ ਦੇ ਆਧਾਰ 'ਤੇ, ਬੋਲੀ ਦੇ ਆਧਾਰ 'ਤੇ। ਉਸ ਵੇਲੇ ਜਿਹੜੇ ਸੂਬੇ ਬਣੇ ਸੀ ਉਹਨਾਂ 'ਚੋਂ ਆਂਧਰਾ ਪ੍ਰਦੇਸ਼ ਬਣਿਆ, ਕੇਰਲ ਬਣੀ, ਕਰਨਾਟਕਾ ਬਣਿਆ, ਮੱਧ ਪ੍ਰਦੇਸ਼ ਬਣਿਆ ਤੇ ਅਖੀਰ ਇੱਕ ਦਿੱਲੀ ਹੈ ਜਿਹੜੀ ਇਹਨੂੰ ਯੂਨੀਅਨ ਟੈਰੀਟਰੀ ਬਣਾਈ ਗਈ ਸੀ। ਹਾਲਾਂਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਪੰਜਾਬੀਆਂ ਦੀ ਬਹੁਤ ਵੱਡੀ ਸ਼ਮੂਲੀਅਤ ਹੈ ਜੀ। ਕੋਈ 80% ਕਹਿੰਦਾ, ਕੋਈ 90% ਕਹਿ ਸਕਦਾ। ਲੇਕਿਨ ਜੇ ਸ਼ਹਾਦਤਾਂ ਦਾ ਸਿਲਸਿਲਾ ਚੱਕ ਕੇ ਦੇਖੀਏ ਜੀ ਤਾਂ ਉਹਦੇ ਵਿੱਚ ਪੰਜਾਬੀਆਂ ਦੀ ਬਹੁਤ ਵੱਡੀ ਜਿਹੜੀ ਹੈਗੀ ਹੈ ਗਿਣਤੀ ਆਉਂਦੀ ਹੈ। ਔਰ ਉਸ ਵੇਲੇ ਸਾਡੇ ਕੌਮੀ ਲੀਡਰਾਂ ਨੇ, ਚਾਹੇ ਮਹਾਤਮਾ ਗਾਂਧੀ ਸੀ, ਚਾਹੇ ਜਵਾਹਰ ਲਾਲ ਨਹਿਰੂ ਸੀ, ਉਹਨਾਂ ਨੇ ਪੰਜਾਬੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਵੀ ਅਸੀਂ ਤੁਹਾਡੇ ਲਈ ਇੱਕ ਵਧੀਆ ਰਾਜ ਬਣਾ ਕੇ ਦੇਵਾਂਗੇ ਤੇ ਤੁਸੀਂ ਇੱਥੇ ਆਪਣਾ ਵਧੀਆ ਪ੍ਰਫੁੱਲਤ ਕਰੋ, ਜਿੱਥੇ ਪੰਜਾਬ, ਪੰਜਾਬੀਅਤ ਇਹ ਪ੍ਰਫੁੱਲਤ ਹੋਊਗੀ। ਲੇਕਿਨ ਜਦੋਂ ਭਾਸ਼ਾ ਦੇ ਆਧਾਰ ਦੇ ਉੱਤੇ ਸੂਬਾ ਬਣਾਉਣ ਦੀ ਗੱਲ ਆਈ ਤੇ 56 ਦੇ ਵਿੱਚ ਸਾਨੂੰ ਇਗਨੋਰ ਕਰਤਾ। ਫਿਰ ਇਸ ਗੱਲ ਦੇ ਉੱਤੇ ਇੱਕ ਅੰਦੋਲਨ ਸ਼ੁਰੂ ਹੋਇਆ, ਪੰਜਾਬੀ ਸੂਬਾ ਮੋਰਚਾ ਸ਼ੁਰੂ ਹੋਇਆ। ਪੰਜਾਬੀ ਸੂਬਾ ਮੋਰਚਾ ਸ਼ੁਰੂ ਹੋਇਆ ਤੇ ਫਿਰ ਉਹਦੇ ਤੇ ਕਹਿੰਦੇ ਆਪਣੀ ਲੋਕਾਂ ਦੀ ਰਾਏ ਲੈ ਲਓ ਜੀ। ਲੋਕਾਂ ਦੀ ਰਾਏ ਲਈ ਗਈ, ਲੇਕਿਨ ਉਦੋਂ ਤੱਕ ਫਿਰਕਾ ਪਰਸਤੀ ਨੇ ਇੰਨਾ ਘਰ ਕਰ ਲਿਆ ਸੀ ਕਿ ਇੱਥੇ ਜਿਹੜੇ ਹੈਗੇ ਆ ਕਿ ਕੌਣ ਪੰਜਾਬੀ ਬੋਲਦਾ, ਕੌਣ ਹਿੰਦੀ ਬੋਲਦਾ ਹੈ, ਇਹ ਗੱਲ ਕਰਨਾ। ਲੋਕਾਂ ਨੂੰ ਜਦੋਂ ਘਰਾਂ 'ਚ ਪੁੱਛਣ ਜਾਂਦੇ ਸੀ ਮਰਦਮਸ਼ੁਮਾਰੀ ਵਾਲੇ ਕਿ ਤੁਹਾਡੀ ਬੋਲੀ ਕੀ ਹੈ, ਉਹ ਕਹਿੰਦੇ ਸੀ ਸਾਡੀ ਮਾਤਰ ਭਾਸ਼ਾ ਜਿਹੜੀ ਆ ਉਹ ਹਿੰਦੀ ਹੈ। ਬੋਲਦੇ ਪੰਜਾਬੀ 'ਚ ਹੁੰਦੇ ਸੀ ਤੇ ਕਹਿੰਦੇ ਹਿੰਦੀ ਹੁੰਦੇ ਸੀ। ਇਹਦੇ ਨਾਲ ਫਿਰਕਾ ਪ੍ਰਸਤੀ ਵਾਲਾ ਮਾਮਲਾ ਹੋਇਆ ਤਾਂ ਪੰਜਾਬੀ ਸੂਬੇ ਦੀ ਜਿਹੜੀ ਹੈਗੀ ਹੈ ਮੰਗ ਸਾਡੀ ਉਹ ਪੂਰੀ ਨਹੀਂ ਹੋਈ। ਆਖਰ ਪੰਡਿਤ ਨਹਿਰੂ ਦੇ ਮਰਨ ਤੋਂ ਬਾਅਦ 1966 ਦੇ ਵਿੱਚ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਦਾ ਹੈ ਜੀ। ਤੇ ਜਿਹੜਾ ਇਹ ਪੰਜਾਬੀ ਸੂਬਾ ਬਣਦਾ, ਇਸ ਪੰਜਾਬੀ ਸੂਬੇ ਨੂੰ ਵੀ ਆਪਾਂ ਕਹਾਂਗੇ ਪੰਜਾਬ ਦੀ ਦੂਜੀ ਤੀਜੀ ਵੰਡ। 1849 ਦੇ ਵਿੱਚ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜਿਹੜਾ ਉਹ ਕਬਜ਼ੇ ਹੇਠ ਲਿਆ ਸੀ। ਔਰ ਜੇ ਅਸੀਂ ਉਸ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦੇਖੀਏ ਤੇ ਉਹਦੀਆਂ ਹੱਦਾਂ ਕਿੱਥੋਂ ਸੀ, ਉਹ ਅਫਗਾਨਿਸਤਾਨ ਕਿੱਥੋਂ ਕਟਕ ਦਰਿਆ ਤੱਕ, ਕਿਧਰੇ ਤਿੱਬਤ ਤੁਹਾਡਾ ਜਿਹੜਾ ਹੈਗਾ ਲਾਹੌਲ ਸਪੀਤੀ, ਤੇ ਉਧਰ ਤੁਹਾਡਾ ਜੇ ਗਾਜ਼ੀਆ ਆਪਣਾ ਤੁਹਾਡਾ ਫਰੀਦਾਬਾਦ, ਗੁੜਗਾਉਂ ਵਗੈਰਾ, ਇਹ ਸਾਰੇ ਪੰਜਾਬ ਦੇ ਹਿੱਸੇ ਹੁੰਦੇ ਸੀ। ਲੇਕਿਨ 1947 'ਚ ਮੁਲਕ ਜਦੋਂ ਆਜ਼ਾਦ ਹੋਇਆ ਤੇ ਉਹ ਤੋਂ ਬਾਅਦ ਇੱਕ ਵਾਰੀ ਤਾਂ ਸਾਡਾ ਪੰਜਾਬ ਉਦੋਂ ਵੱਢਿਆ ਗਿਆ। ਲਹਿੰਦਾ ਪੰਜਾਬ ਉਸ ਪਾਸੇ ਨੂੰ ਰਹਿ ਗਿਆ, ਚੜ੍ਹਦਾ ਪੰਜਾਬ ਇਸ ਪਾਸੇ ਨੂੰ ਰਹਿ ਗਿਆ। 5 ਦਰਿਆ ਜਿਹੜੇ ਹੈਗੇ ਉਹ ਅੱਧੋ ਅੱਧੀ ਹੋ ਗਏ
ਤੇ ਫਿਰ 1966 ਦੇ ਵਿੱਚ ਕਿਹਾ ਕਿ ਤੁਹਾਨੂੰ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਦਿੰਦੇ ਆ ਤੇ ਪੰਜਾਬੀ ਸੂਬੇ ਦੇ ਨਾਂ ਤੇ ਦਿੱਤਾ ਕਿ ਪੰਜਾਬ ਦੇ 3 ਟੁਕੜੇ ਕਰਤੇ। ਨਾ ਕਿਸੇ ਨੇ ਹਰਿਆਣਾ ਮੰਗਿਆ ਸੀ, ਨਾ ਹਿਮਾਚਲ ਵਾਲਿਆਂ ਨੇ ਸਾਡੇ ਇਲਾਕਿਆਂ ਦੇ ਉੱਤੇ ਕਲੇਮ ਕੀਤਾ ਸੀ। ਅਸੀਂ ਆਪਣੇ ਆਪ ਉਹਨਾਂ ਨੂੰ ਦੇ ਦਿੱਤਾ ਜਾਂ ਸਾਡੀ ਹਕੂਮਤ ਨੇ ਦੇ ਦਿੱਤਾ। ਇੱਥੇ ਬੇਈਮਾਨੀ ਦੋਨੀ ਪਾਸੇ ਸੀ, ਹਕੂਮਤ ਵਾਲੇ ਪਾਸੇ ਵੀ ਸੀ ਤੇ ਸਾਡੇ ਆਪ ਦੇ ਸਿੱਖ ਲੀਡਰਾਂ 'ਚ ਵੀ ਸੀ, ਸਾਡੇ ਸਿੱਖ ਲੀਡਰਾਂ ਸੀ, ਕਿਉਂਕਿ ਅਸੀਂ ਬੋਲੀ ਦੀ ਬਜਾਏ ਸਾਨੂੰ ਧਰਮ ਆਧਾਰ ਬਣਾ ਲਿਆ ਕਿ ਜਿਹੜੇ ਬੋਲੀ ਦੀ ਬਜਾਏ ਧਰਮ ਤੇ ਆਧਾਰਿਤ ਹੋ ਜਾਏ, ਮਤਲਬ ਬਹੁ ਗਿਣਤੀ ਸਿੱਖ ਹੋਣ ਤਾਂ ਕਿ ਸਾਡੀ ਸਰਕਾਰ ਬਣ ਜੇ। ਉਹਦਾ ਨਤੀਜਾ ਇਹ ਹੋਇਆ, ਤੁਸੀਂ ਅੱਜ ਦੇਖੋ ਕੀ ਹੈ ਤੁਹਾਡਾ ਸਿਰਸਾਰ ਕਿੰਨੇ ਲੋਕ ਇੱਥੇ ਪੰਜਾਬੀ ਬੋਲਦੇ ਆ, ਆਪਣੇ ਨਾਲ ਪੰਜਾਬੀ 'ਚ ਗੱਲ ਕਰਦੇ ਆ। ਜੇ ਆਪਾਂ ਚਿੱਠੀ ਲਿਖ ਕੇ ਪੰਜਾਬੀ 'ਚ ਭੇਜ ਦਈਏ ਤੇ ਉਹਨਾਂ ਤੋਂ ਚਿੱਠੀ ਨਹੀਂ ਪੜ੍ਹਨੀ ਹੁੰਦੀ ਕਿਉਂਕਿ ਉਹਨਾਂ ਨੂੰ ਪੜ੍ਹਾਇਆ ਹੀ ਕੁਛ ਨਹੀਂ ਗਾ। ਇਸ ਕਰਕੇ ਇੱਕ ਬੜਾ ਦੁਖਾਂਤ ਇਹਦੇ ਨਾਲ ਜੁੜਿਆ ਹੋਇਆ। ਤੇ ਫਿਰ ਉਹ ਤੋਂ ਬਾਅਦ ਚਲੋ ਜੋ ਕੁਛ ਹੋਇਆ ਸੋ ਹੋਇਆ, ਅਸੀਂ ਫਿਰ ਖੜੇ ਹੋਏ। ਲੇਕਿਨ ਜੇ ਦੇਖੀਏ ਤਾਂ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੰਜਾਬ ਵਾਸਤੇ ਬਣੀਆਂ ਸੀ ਉਹ ਖੋਹ ਲਈਆਂ। ਜਿਹੜਾ ਸਾਡੇ ਕੋਲੋਂ ਸੀ ਤੁਹਾਡਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਬਹੁਤ ਕੁਛ ਉਹ ਖੋਹ ਲਿਆ। ਚੰਡੀਗੜ੍ਹ ਸਾਡੇ ਤੋਂ ਖੋਹ ਲਿਆ। ਮਤਲਬ ਇੱਕ ਪੰਜਾਬ ਰਹਿ ਗਿਆ, ਪੰਜਾਬ ਯੂਨੀਵਰਸਿਟੀ ਉਹ ਵੀ ਸਾਡੇ ਤੋਂ ਉਹ ਵੀ ਸਾਡੇ ਉਹ ਜਿਹੜੀ ਲਾਹੌਰ 'ਚੋਂ ਆਈ ਸੀ ਉਹ ਵੀ ਉਹਦੇ 'ਤੇ ਹੈ ਨਹੀਂ, ਤੇ ਹੁਣ ਉਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਨੂੰ ਫਿਰਦੇ ਹੈ ਵਗੈਰਾ ਵਗੈਰਾ। ਖੈਰ ਉਹ ਗੱਲ ਹੋਈ, ਅਸੀਂ ਹੀਲ ਕੀਤਾ ਤੇ ਫਿਰ ਆਇਆ ਜੀ ਤੁਹਾਡਾ ਆਪਰੇਸ਼ਨ ਬਲੂ ਸਟਾਰ। ਜੂਨ 1984 'ਚ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ। ਉਹਦੇ ਤੋਂ ਬਹੁਤ ਸਾਰੇ ਲੋਕ ਭਾਵੁਕ ਹੋਏ, ਬੜੇ ਲੋਕ ਜਿਹੜੇ ਹੈ ਆਪੇ ਤੋਂ ਬਾਹਰ ਹੋ ਗਏ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਆ ਹਰ ਚੀਜ਼ ਬਰਦਾਸ਼ਤ ਕਰ ਸਕਦੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਬਰਦਾਸ਼ਤ ਕਰ ਸਕਦੇ, ਉਹ ਦਰਬਾਰ ਸਾਹਿਬ ਜਾਂ ਕਿਸੇ ਗੁਰੂ ਘਰ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਤੇ ਜਦੋਂ ਗੁਰੂ ਘਰ ਦੇ ਉੱਤੇ ਟੈਂਕ ਤੇ ਤੋਪਾਂ ਚੜ੍ਹਨ ਤਾਂ ਨਾਕਾਬਲੇ ਬਰਦਾਸ਼ਤ ਹੁੰਦਾ ਹੈ। ਇਹ ਅਸੀਂ ਆਦ ਸਮੇਂ ਤੋਂ ਦੇਖਦੇ ਆ ਰਹੇ ਹਾਂ, ਅਬਦਾਲੀ ਹੋਰਾਂ ਤੋਂ ਲੈ ਕੇ ਮੱਸੇ ਰੰਗੜ ਹੋਰਾਂ ਦਾ ਵੀ ਆਪਾਂ ਇਤਿਹਾਸ ਦੇਖੀਏ ਤਾਂ ਇੰਦਰਾ ਗਾਂਧੀ ਨੇ ਜਦੋਂ ਕੁਛ ਕੀਤਾ ਉਹਦੇ 'ਚ ਇੰਦਰਾ ਗਾਂਧੀ ਇਕੱਲੀ ਨਹੀਂ ਕਰਨ ਵਾਲੀ ਸੀ। ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕਹਿੰਦਾ ਹੈ ਲਾਲ ਕ੍ਰਿਸ਼ਨ ਅਡਵਾਨੀ ਕਿ ਇੰਦਰਾ ਗਾਂਧੀ ਤਾਂ ਜਰਕ ਗਈ ਸੀ, ਮੇਰੀ ਤੇ ਮੇਰੀ ਪਾਰਟੀ ਨੇ ਪ੍ਰੈਸ਼ਰ ਪਾ ਕੇ ਕਰਵਾਇਆ। ਸੋ ਅਸੀਂ ਦੇਖੀਏ ਸਾਡੇ ਸਾਰੇ ਦੁਸ਼ਮਣ ਬਣ ਗਏ। ਆਪਰੇਸ਼ਨ ਬਲੂ ਸਟਾਰ ਹੋਇਆ। ਆਪਰੇਸ਼ਨ ਬਲੂ ਸਟਾਰ ਦਾ ਬਦਲਾ ਜਜ਼ਬਾਤ ਦੇ ਵਿੱਚ ਆ ਕੇ ਇੰਦਰਾ ਗਾਂਧੀ ਦੇ 2 ਅੰਗ ਰੱਖਕਾਂ ਨੇ ਉਹਨੂੰ ਕਤਲ ਕਰਕੇ ਲਿਆ। ਉਹ ਤੋਂ ਬਾਅਦ 1 ਨਵੰਬਰ 1984 ਉਹ ਅੱਜ ਤੱਕ ਵੀ ਜਿਹੜਾ ਉਹ ਸਿਲਸਿਲਾ ਸ਼ੁਰੂ ਹੋਇਆ ਸੀ ਉਹ ਭੁੱਲ ਨਹੀਂ ਸਕਦੇ। ਬਿਲਕੁਲ। ਮੈਨੂੰ ਢਿੱਲੋਂ ਸਾਹਿਬ ਇਹਦੇ 'ਚ ਰਾਜ ਕਾਕੜੇ ਦੀਆਂ ਮੈਂ 2 ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ। ਕਹਿੰਦਾ ਤੇਰੇ ਦਾਮਨ ਤੇ ਲੱਗੇ ਨੇ ਸਾਡੇ ਖੂਨ ਦੇ ਧੱਬੇ, ਤੇਰੇ ਦਾਮਨ ਤੇ ਲੱਗੇ ਨੇ ਸਾਡੇ ਖੂਨ ਦੇ ਧੱਬੇ, ਮੁੱਦਤਾਂ ਬਾਅਦ ਵੀ ਤੈਨੂੰ ਅਜੇ ਸਬੂਤ ਨਾ ਲੱਭੇ। ਬਿਲਕੁਲ ਬਿਲਕੁਲ ਕਹਿੰਦੇ ਸਬੂਤ ਨਹੀਂ ਲੱਭਦੇ। ਸਬੂਤ ਮੈਂ ਵੇਖ ਰਿਹਾ ਸੀ। ਦੇਖੋ 1984 ਜਦੋਂ ਹੁੰਦੀ ਹੈ 3 ਕਮੇਟੀਆਂ ਬਣਾਈਆਂ ਜਾਂਦੀਆਂ ਨੇ, GS ਢਿੱਲੋਂ ਦੀ, RC ਸ਼੍ਰੀਵਾਸਤਵ ਦੀ ਤੇ DCP ਦੀ ਇਨਕੁਆਇਰੀ। DCP ਦੀ ਇਨਕੁਆਇਰੀ ਅੱਧ ਵਿਚਾਲੇ ਖਤਮ ਕਰਤੀ। ਇਹਨਾਂ ਦਾ ਪਤਾ ਨਹੀਂ ਕੀ ਬਣਿਆ। ਫਿਰ ਬਣਦੀ ਹੈ ਜੀ 85 ਦੇ ਵਿੱਚ RN ਮਿਸ਼ਰਾ ਕਮਿਸ਼ਨ, ਵੇਦ ਮਰਵਾ ਇਨਕੁਆਇਰੀ ਜਿਹੜੀ ਹੈ 84-85 ਅਪ੍ਰੈਲ 'ਚ ਦਮ ਤੋੜ ਗਈ। ਬਿਲਕੁਲ। RN ਮਿਸ਼ਰਾ ਤੋਂ ਬਾਅਦ ਲੱਗਦੀ ਹੈ ਜੀ ਰਜਿਸਟ੍ਰੇਸ਼ਨ ਆਫ ਕੇਸਿਸ ਐਂਡ ਪ੍ਰੋਸੀਕਿਊਸ਼ਨ, ਜੈਨ ਬੈਨਰਜੀ ਪੈਨਲ 87 'ਚ ਤੇ ਅਕਤੂਬਰ 99 'ਚ ਇਹ ਦਮ ਤੋੜ ਗਿਆ। ਫਿਰ ਹੁੰਦਾ ਜੀ RK ਓਜਲਾ ਕਮੇਟੀ 87 'ਚ ਬਣਦੀ ਹੈ, ਪਰ ਉਹ ਵਿਚਾਰੇ ਦੁਨੀਆ ਤੋਂ ਰੁਖਸਤ ਹੋ ਗਏ, ਉਹ ਵੀ ਕੁਛ ਨਾ ਦੇ ਕੇ ਗਏ। ਪ੍ਰੋਸੀਕਿਊਸ਼ਨ ਆਫ ਪੁਲਿਸਮੈਨ ਕਪੂਰ ਮਿੱਤਲ ਕਮੇਟੀ ਵੀ ਪੁਲਿਸ ਵਾਲਿਆਂ ਦਾ ਇੱਥੇ ਕੀ ਸੀਗਾ, ਉਹਨਾਂ ਲਈ ਅਲੱਗ ਬਣੀ ਸੀ, ਉਹ ਵੀ 90 ਦੇ ਵਿੱਚ ਖਤਮ ਹੋ ਗਈ, 87 'ਚ ਬਣੀ। ਫਿਰ ਰਜਿਸਟ੍ਰੇਸ਼ਨ ਜਿਹੜੇ ਕੇਸ ਹੋਏ ਸੀ ਉਹਦੇ 'ਚ ਪੋਤੀ ਰੋਸ਼ੀਲਾ ਪੈਨਲ ਬਣਿਆ ਮਾਰਚ 90 ਤੋਂ ਅਕਤੂਬਰ 90। ਦੇਖੋ ਕਿੱਥੇ ਆ ਗਏ। ਬਿਲਕੁਲ ਠੀਕ ਹੈ ਜੀ। ਹਾਈ ਕੋਰਟ ਨੇ ਫਰਵਰੀ ਸਤੰਬਰ ਦੇ 92 'ਚ ਕੇਸ ਦਰਜ ਕੀਤੇ ਪੁਲਿਸ ਵਾਲਿਆਂ ਦੇ ਖਿਲਾਫ ਤੇ ਸੁਪਰੀਮ ਕੋਰਟ ਨੇ ਸਟੇ ਦੇਤੀ 92 'ਚ ਜੀ। ਜੈਨ ਅਗਰਵਾਲ ਪੈਨਲ 1991 'ਚ ਬਣਦਾ। CBI ਇਨਕੁਆਇਰੀ ਹੈ ਜਿਹੜੀ ਹਜੇ ਤੱਕ ਚੱਲ ਰਹੀ ਹੈ, ਚੱਲੀ ਜਾਂਦੀ ਹੈ ਉਹ ਜੀ। ਸੋ ਫਾਈਨੈਂਸ ਕਮੇਟੀ ਬਣੀ ਮਾਰਚ 92 'ਚ, ਹਜੇ ਤੱਕ ਚੱਲੀ ਜਾਂਦੀ ਹੈ। ਸੋ ਗੱਲ ਉਹੀ ਹੈ, ਤੇਰੇ ਦਾਮਨ ਤੇ ਲੱਗੇ ਨੇ ਸਾਡੇ ਖੂਨ ਦੇ ਧੱਬੇ, ਮੁੱਦਤਾਂ ਬਾਅਦ ਵੀ ਤੈਨੂੰ ਅਜੇ ਸਬੂਤ। ਬਿਲਕੁਲ। ਜੇ ਇਹਦੇ 'ਚ ਹੁਣ ਆਪਾਂ ਗੱਲ ਦੇਖੀਏ, ਤੁਸੀਂ ਜਿਹੜੀਆਂ ਕਮੇਟੀਆਂ ਦੀ ਜ਼ਿਕਰ ਕੀਤਾ, ਇਹਨਾਂ ਕਮੇਟੀਆਂ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੂੰ ਬਾਅਦ ਦੇ ਵਿੱਚ ਦੇਖੋ ਐਡਜਸਟ ਕਿੱਥੇ ਕਿੱਥੇ ਕੀਤੀ ਹੈ। ਕੋਈ ਹਿਊਮਨ ਰਾਈਟਸ ਕਮਿਸ਼ਨ ਦਾ ਚੇਅਰਮੈਨ ਬਣ ਗਿਆ, ਕੋਈ ਮੈਂਬਰ ਬਣ ਗਿਆ, ਸੋ ਸਾਰਾ ਕੁਛ ਬਣ ਗਿਆ। ਜੇ ਅਸੀਂ ਕਮੇਟੀਆਂ ਦੀ ਗੱਲ ਕਰੀਏ ਤਾਂ ਜਸਟਿਸ VM ਤਾਰਾਕੁੰਡੇ ਜੀ ਦੀ ਅਗਵਾਈ ਦੇ ਹੇਠ ਇੱਕ ਜਿਹੜੀ ਹੈਗੀ ਹੈ PUCL ਨੇ ਆਪਣੀ ਰਿਪੋਰਟ ਜਾਰੀ ਕੀਤੀ ਸੀ। ਪੀਪਲ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਜਿਹੜੀ ਰਿਪੋਰਟ ਜਾਰੀ ਕੀਤੀ ਸੀ, ਉਹ ਰਿਪੋਰਟ ਚੱਕ ਲਓ। ਉਸ ਰਿਪੋਰਟ ਦੇ ਵਿੱਚ ਬੜਾ ਕੁਛ ਪਿਆ। ਜਦੋਂ ਅਸੀਂ ਗੱਲ ਕਰਦੇ ਹਾਂ ਇਤਿਹਾਸ ਦੀ, ਇਹਦੇ 'ਚ ਦਾਨੇ ਵਾਲੀਆ ਸਾਹਿਬ ਜਿਵੇਂ ਅਸੀਂ 1947 ਵੇਲੇ, 1956 ਵੇਲੇ ਜਾਂ 1966 ਵੇਲੇ
ਸਾਡੇ ਨਾਲ ਸਾਡੇ ਆਪਣਿਆਂ ਨੇ ਦਗਾ ਕੀਤਾ ਹੈ। ਤੇ ਜੇ ਅਸੀਂ 84 ਦੀ ਗੱਲ ਕਰੀਏ ਤਾਂ ਮੈਂ ਇੱਥੇ ਇਹ ਕਹੂੰਗਾ ਕਿ ਇਸ ਗੁਨਾਹ ਨਾਲ ਜਿਹੜੇ ਇੰਨਾ ਹਜ਼ਾਰਾਂ ਲੋਕ ਉੱਥੇ ਮਾਰੇ ਗਏ, ਇਸ ਗੁਨਾਹਗਾਰ ਦੇ ਵਿੱਚ ਕਿਸੇ ਹੱਦ ਤੱਕ ਸਾਡਾ ਭਾਈਚਾਰਾ ਉਹਦੇ ਕੌਣ ਜ਼ਿੰਮੇਵਾਰ ਸੀ? ਸਾਡੇ ਭਾਈਚਾਰੇ। ਇਸ ਭਾਈਚਾਰੇ ਨੇ ਇੱਕ ਸ਼ਖਸ ਪੈਦਾ ਕੀਤਾ ਜਿਹਦਾ ਨਾਂ ਗਿਆਨੀ ਜੈਲ ਸਿੰਘ ਹੈ। ਉਹ ਦੇਸ਼ ਦਾ ਗ੍ਰਹਿ ਮੰਤਰੀ ਵੀ ਬਣਿਆ, ਪੰਜਾਬ ਦਾ ਮੁੱਖ ਮੰਤਰੀ ਵੀ ਬਣਿਆ, ਦੇਸ਼ ਦਾ ਰਾਸ਼ਟਰਪਤੀ ਵੀ ਬਣਿਆ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇੰਦਰਾ ਗਾਂਧੀ ਮਾਰੀ ਗਈ, ਇੰਦਰਾ ਗਾਂਧੀ ਦਾ ਪੁੱਤਰ ਰਾਜੀਵ ਗਾਂਧੀ ਪਾਰਲੀਮੈਂਟ ਦਾ ਮੈਂਬਰ ਸੀ। ਉਹ ਕਲਕੱਤੇ ਤੋਂ ਉੱਡਦਾ ਤੇ ਦਿੱਲੀ ਨੂੰ ਆਉਂਦਾ ਹੈ, ਔਰ ਉਹਦੇ ਦਿੱਲੀ ਤੇ ਆਉਣ ਤੇ ਉਹਨੂੰ ਨਾਲ ਦੀ ਨਾਲ ਸੰਸਕਾਰ ਹੋਣ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਉਂਦੇ ਹੈ। ਕੌਣ ਚੁਕਾਉਂਦੇ? ਗਿਆਨੀ ਜੈਲ ਸਿੰਘ। ਹਾਲਾਂਕਿ ਉਦੋਂ ਤੱਕ ਉਹਨੂੰ ਪਾਰਲੀਮੈਂਟਰੀ ਕਮੇਟੀ ਨੇ ਆਪਣਾ ਲੀਡਰ ਵੀ ਨਹੀਂ ਸੀ ਚੁਣਿਆ। ਜੇ ਗਿਆਨੀ ਜੈਲ ਸਿੰਘ ਉਸ ਵੇਲੇ ਆਪਣੀ ਬੁੱਧੀ ਤੇ ਵਿਵੇਕ ਤੋਂ ਕੰਮ ਲੈਂਦਾ ਤਾਂ ਉਹਦੇ ਵਾਸਤੇ ਇਹ ਜ਼ਰੂਰੀ ਚਾਹੀਦਾ ਸੀ ਕਿ ਜਿਹੜਾ ਜ਼ਖਮੀ ਹੈ, ਜਿਹਦੀ ਮਾਂ ਦਾ ਕਤਲ ਹੋਇਆ, ਉਸ ਬੰਦੇ ਨੂੰ ਸੱਤਾ ਤੋਂ ਪਾਸੇ ਰੱਖਣਾ ਚਾਹੀਦਾ, ਕਿਉਂਕਿ ਉਹ ਆਪਣਾ ਰਾਜ ਧਰਮ ਨਹੀਂ ਨਿਭਾ ਸਕਦਾ। ਉਹਨੇ ਰਾਜ ਧਰਮ ਨਹੀਂ ਸੀ ਨਿਭਾਉਣਾ। ਉਸ ਵੇਲੇ ਬੜੇ ਕਾਬਲ ਬੰਦੇ ਬੈਠੇ ਸੀ, ਉਹਨਾਂ ਦੇ ਵਿੱਚੋਂ ਪ੍ਰਣਾਬ ਮੁਖਰਜੀ ਜਿਹਨਾਂ ਨੂੰ ਬਾਅਦ ਦੇ ਵਿੱਚ ਦੇਸ਼ ਦਾ ਰਾਸ਼ਟਰਪਤੀ ਬਣਾਇਆ ਗਿਆ। ਕੀ ਆਰਜੀ ਤੌਰ ਦੇ ਉੱਤੇ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਮਿਸਟਰ ਪ੍ਰਣਾਬ ਮੁਖਰਜੀ ਨੂੰ ਪ੍ਰਾਈਮ ਮਿਨਿਸਟਰ ਨਹੀਂ ਸੀ ਬਣਾਇਆ ਜਾ ਸਕਦਾ, ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਸੀ। ਇਹ ਪਹਿਲਾਂ ਬਣੇ ਹੈ। ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਹੁੰਦੀ ਹੈ, ਨਹਿਰੂ ਦੀ ਮੌਤ ਤੋਂ ਬਾਅਦ ਗੁਲਜ਼ਾਰੀ ਲਾਲ ਨੰਦਾ ਇਸ ਦੇਸ਼ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਬਣਿਆ। ਉਸ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਹੋਣਾ ਦੀ ਮੌਤ ਹੁੰਦੀ ਹੈ, ਫਿਰ ਗੁਲਜ਼ਾਰੀ ਲਾਲ ਨੰਦਾ ਪ੍ਰਾਈਮ ਮਿਨਿਸਟਰ ਬਣਦਾ ਹੈ। ਇੰਦਰਾ ਗਾਂਧੀ ਦਾ ਮਰਡਰ ਹੁੰਦਾ। ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਜੇ ਕੋਈ ਕਾਰਜਕਾਰੀ ਪ੍ਰਾਈਮ ਮਿਨਿਸਟਰ ਬਣਾਇਆ ਹੁੰਦਾ, ਜਦੋਂ ਉਹਦੀ ਕਿਰਿਆਕਰਮ ਪੂਰੀ ਹੋ ਜਾਂਦੀ, ਸਾਰੀਆਂ ਰਸਮਾਂ ਪੂਰੀਆਂ ਹੁੰਦੀਆਂ, ਬਾਅਦ ਦੇ ਵਿੱਚ ਰਾਜੀਵ ਗਾਂਧੀ ਨੂੰ ਬਣਾਉਂਦੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਔਰ ਇਹਦਾ ਜਿਹੜਾ ਸਭ ਤੋਂ ਵੱਡਾ ਸਬੂਤ ਹੈ, ਤੇ ਫਿਰ ਸਾਨੂੰ ਦੇਖਣਾ ਪੈਣਾ ਉਹ ਸਬੂਤ ਜਿਹੜਾ ਹੈਗਾ, ਜਦੋਂ ਇਸ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਹੋਣ ਲੱਗਿਆ ਕਿ ਬੇਗੁਨਾਹ ਸਿੱਖਾਂ ਨੂੰ, ਬੇਗੁਨਾਹ ਪੰਜਾਬੀਆਂ ਨੂੰ, ਮੈਂ ਇੱਥੇ ਗੱਲ ਜ਼ਿਕਰ ਕਰਨਾ ਚਾਹੂੰਗਾ ਕਿ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਵਾਲ ਨਹੀਂ ਸੀ, ਪੰਜਾਬੀ ਬੋਲਦੇ ਸੀ, ਕਈ ਸਾਰੇ ਹਿੰਦੂ ਵੀ ਮਾਰੇ ਗਏ ਸੀ। ਔਰ ਜਿਹੜੇ ਦੇਸ਼ ਭਗਤ ਫੌਜੀ ਹੈ, ਜਿਨ੍ਹਾਂ ਫੌਜੀਆਂ ਦਾ ਅਸੀਂ ਜ਼ਿਕਰ ਕਰਦੇ ਹਾਂ, ਮੇਜਰ ਬ੍ਰਿਗੇਡੀਅਰ ਸੀ, ਬ੍ਰਿਗੇਡੀਅਰ ਬੰਤ ਸਿੰਘ ਪਿੱਸੀਆਂ ਨੇ, ਤੇ ਉਹਨਾਂ ਨੂੰ ਰਾਹ ਦੇ ਵਿੱਚ ਆਉਂਦਿਆਂ ਨੂੰ ਕਤਲ ਕੀਤਾ ਸੀ, ਰੇਲ ਗੱਡੀ ਚ ਲਾਸ਼ ਲਮਕਦੀ। ਹਾਂ, ਕਿੰਨੇ ਬੰਦਿਆਂ ਨੂੰ ਆਪਣੀਆਂ ਦਾੜੀ ਕੇਸ ਕਤਲ ਕਰਾਉਣੇ ਪੈ ਗਏ ਸੀ। ਇਹ ਸਾਰਾ ਕੁਝ ਹੋਇਆ ਤੇ ਪਿੱਛੋਂ ਰਾਜੀਵ ਗਾਂਧੀ ਨੇ ਕੀ ਕਿਹਾ ਸੀ? ਰਾਜੀਵ ਗਾਂਧੀ ਨੇ ਕਿਹਾ ਸੀ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿਲਦੀ ਹੈ, ਹਿਲਣੀ ਸੀ, ਕਿਉਂਕਿ ਜਿਹੜਾ ਵੱਡਾ ਦਰਖਤ ਡਿੱਗਿਆ ਸੀ ਉਹਦਾ ਪੁੱਤਰ ਜੇ ਪ੍ਰਾਈਮ ਮਿਨਿਸਟਰ ਸੀਗਾ, ਤੇ ਪ੍ਰਾਈਮ ਮਿਨਿਸਟਰ ਦਾ ਜਿਹੜਾ ਉਹਨੂੰ ਬਣਾਉਣ ਦਾ ਜਿਹੜਾ ਗੁਨਾਹ ਕੀਤਾ, ਮੈਂ ਇਹਨੂੰ ਗੁਨਾਹ ਕਹੂੰਗਾ, ਕਿਉਂਕਿ ਇੰਨੇ ਲੋਕ ਮਾਰੇ ਗਏ। ਉਹਨਾਂ 'ਚ ਗਿਆਨੀ ਜੈਲ ਸਿੰਘ ਵੀ, ਤੇ ਗਿਆਨੀ ਜੈਲ ਸਿੰਘ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਜਦੋਂ ਗਿਆਨੀ ਜੈਲ ਸਿੰਘ ਦੇ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ, ਤੇ ਉਹਨੂੰ ਫਿਰ ਇੱਕ ਬੀਜੇਪੀ ਦਾ ਜਿਹੜਾ ਮੁੱਖ ਮੰਤਰੀ ਆਪਣਾ ਵੱਡਾ ਲੀਡਰ ਸੀ, ਮੇਰੇ ਖਿਆਲ ਮੁਤਾਬਕ ਸ਼ਾਇਦ ਸਾਹਿਬ ਸਿੰਘ ਵਰਮਾ ਸੀ ਜਾਂ ਇੱਕ ਹੋਰ ਸੀਗੇ, ਉਹਨਾਂ ਦੇ ਮੇਰੇ ਨਾਂ ਨਿਕਲ ਗਿਆ, ਉਹਨਾਂ ਨੂੰ ਫੋਨ ਕਰਨਾ ਪਿਆ ਕਿ ਮੇਰੀ ਤੁਸੀਂ ਮਦਦ ਕਰੋ। ਜਿਸ ਵੇਲੇ ਰਾਸ਼ਟਰਪਤੀ ਨੂੰ ਉਹਨਾਂ ਦੇ ਕੋਲੇ ਉਸ ਵੇਲੇ ਜਿਹੜੇ ਹੈਗੇ ਹੈ ਇੰਦਰ ਕੁਮਾਰ ਗੁਜਰਾਲ ਹੋਣੀ, ਜਨਰਲ ਜਗਜੀਤ ਸਿੰਘ ਅਰੋੜਾ ਹੋਣੀ, ਸਰਦਾਰ ਖੁਸ਼ਵੰਤ ਸਿੰਘ ਹੋਣੀ, ਜਦੋਂ ਵੱਡੇ ਵੱਡੇ ਲੋਕ ਇਕੱਠੇ ਹੋ ਕੇ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਸੀ, ਉਹ ਗਏ ਸੀ। ਉਹਨਾਂ ਨੇ ਕਿਹਾ ਗਿਆਨੀ ਜੀ ਕੁਛ ਕਰੋ, ਕਹਿੰਦਾ ਮੇਰੀ ਤਾਂ ਸੁਣਦਾ ਕੋਈ। ਇਹਦੇ ਲਈ ਜ਼ਿੰਮੇਵਾਰ ਕੌਣ ਸੀ? ਜ਼ਿੰਮੇਵਾਰ ਉਹ ਖੁਦ ਸੀ, ਕਿਉਂਕਿ ਉਹਨਾਂ ਨੇ ਉਸ ਵੇਲੇ ਆਪਣੇ ਵਿਵੇਕ ਤੋਂ ਕੰਮ ਨਹੀਂ ਲਿਆ। ਮੇਰੇ ਯਾਦ ਹੈ, ਮੈਂ ਉਹ ਸਮਾਂ ਦੇਖਿਆ ਸੀ ਜਦੋਂ ਗਿਆਨੀ ਜੈਲ ਸਿੰਘ ਹੋਰਾਂ ਨੂੰ ਬਣਾਇਆ ਗਿਆ ਸੀਗਾ ਕੈਂਡੀਡੇਟ। ਇੰਡੀਆ ਟੂਡੇ ਦੇ ਵਿੱਚ ਇੱਕ ਸਟੋਰੀ ਲੱਗੀ ਸੀ, ਦੋ ਬੰਦਿਆਂ ਦੇ ਨਾਂ ਆ ਰਹੇ ਸੀ, ਇੱਕ ਐਨਡੀ ਤਿਵਾੜੀ ਦਾ ਤੇ ਇੱਕ ਆ ਰਿਹਾ ਸੀ ਗਿਆਨੀ ਜੈਲ ਸਿੰਘ ਦਾ। ਮੈਂ ਕਿਸੇ ਸੱਜਣ ਨੂੰ ਜਿਹਦੇ ਮੈਂ ਕੋਲੇ ਬੈਠਾ ਵੇਖ ਰਿਹਾ ਸੀ ਉਹ ਇੰਡੀਆ ਟੂਡੇ, ਮੈਂ ਇਹਨੂੰ ਕਿਹਾ ਵੀ ਇਹ ਕਿਵੇਂ ਬਣ ਜੂਗਾ? ਉਹ ਕਹਿੰਦਾ ਬਣ ਜੂ, ਇਹਦੇ ਕੋਲੇ ਵਫਾਦਾਰੀ ਤੇ ਦਾਨੇ ਵਾਲੀਆ ਸਾਹਿਬ। ਅੱਜ ਠੀਕ ਆ, ਲੋਕ ਕਹਿੰਦੇ ਜੀ ਗਿਆਨੀ ਜੈਲ ਸਿੰਘ, ਗਿਆਨੀ ਜੈਲ ਸਿੰਘ। ਗਿਆਨੀ ਜੈਲ ਸਿੰਘ ਨੂੰ ਜਦੋਂ ਇੰਦਰਾ ਗਾਂਧੀ ਨੇ ਕੈਂਡੀਡੇਟ ਬਣਾਇਆ, ਸ਼ਬਦ ਪਤਾ ਕੀ ਸੀ? ਕਿ ਸਵੇਰੇ ਉੱਠ ਕੇ ਪਹਿਲਾਂ ਮੈਂ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਝਾੜੂ ਮਾਰ ਲਿਆ। ਦੱਸੋ, ਅੱਜ ਅਸੀਂ ਕਹਿੰਦੇ ਆ ਹੁਣ ਦੇ ਰਾਸ਼ਟਰਪਤੀ ਨੂੰ ਕਹਿੰਦੇ ਆ, ਉਦੋਂ ਚਲੋ ਮੀਡੀਆ ਹੈ ਨਹੀਂ ਸੀ, ਜੇ ਹੁਣ ਦੇ ਰਾਸ਼ਟਰਪਤੀ ਝੁਕ ਰਹੇ ਨੇ ਤੇ ਅਸੀਂ 150 ਗੱਲਾਂ ਕਰਦੇ। ਇਹ ਤਾਂ ਅਖਬਾਰਾਂ ਦੇ ਵਿੱਚ ਗੱਲਾਂ ਲੱਗੀਆਂ ਹੋਈਆਂ, ਕੱਢ ਕੇ ਦੇਖ ਲਓ ਰਿਕਾਰਡ ਉਸ ਵੇਲੇ ਦਾ। ਜਦੋਂ ਇਹੋ ਜਿਹਾ ਕੁਛ ਕਿਹਾ ਹੋਵੇ ਤਾਂ ਫਿਰ ਇਹ ਕੁਛ ਹੁੰਦਾ। ਜੋ ਹੋਇਆ ਅਫਸੋਸ ਆ, ਦੁੱਖ ਹੈ, ਪਰ ਗੱਲ ਰੁਕਦੀ ਨਹੀਂ। ਤੁਸੀਂ ਉਹਨਾਂ ਜ਼ਿਕਰ ਕੀਤਾ ਹੈ ਕਿ ਸੁਪਰੀਮ ਕੋਰਟ ਨੇ ਸਟੇ ਕੀਤਾ ਸੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ। ਕੀ ਕੁਛ ਹੋਈ ਜਾਂਦਾ, ਬਹੁਤ ਕੁਛ ਹੋਈ, ਅਦਾਲਤਾਂ ਦੇ ਵਿੱਚੋਂ ਕੀ ਨਹੀਂ ਹੁੰਦਾ, ਕੀ ਨਹੀਂ ਮੈਨੇਜਮੈਂਟ ਹੁੰਦੀ, ਇਹ ਸਾਰਾ ਕੁਛ ਦੇਖਣਾ ਪੈਂਦਾ। ਵਾਹਿਗੁਰੂ। ਚਲੋ, ਤੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਜੀ ਵੀ ਕਾਂਗਰਸ ਦਾ ਕਾਟੋ ਕਲੇਸ਼ ਜਿਹੜਾ ਬੜਾ ਖਿਲ ਰਿਹਾ ਪਿਆ। ਧੜੇ ਦਾ ਹੁਣ ਪਤਾ ਹੀ ਨਹੀਂ, ਧੜਾ ਧੜ ਹੋਈ ਪਈ ਹੈ। ਚੰਨੀ ਕਹਿੰਦੇ ਇਹ ਖਿਲਰੇ ਮੋਤੀਆਂ ਨੂੰ ਇਕੱਠੇ ਕਰਨ ਤੇ ਵੀ ਲੱਗ ਗਿਆ। ਅੱਜ APS ਦੇ ਉਹਦਾ ਵੀ ਚਰਚਾ 'ਚ ਹੈਗੀ ਹੈ, ਪਤਾ ਨਹੀਂ ਕਿੱਥੇ ਕਿ ਜੇ ਗੱਲ ਪਹੁੰਚੀ ਆ ਉਹ। ਚਲੋ ਕੱਲ੍ਹ ਨੂੰ ਕਲੀਅਰ ਹੋ ਜੂਗੀ ਪੂਰੀ। ਦੇਖੋ ਗੱਲ ਇਹ ਵੀ ਚਰਨਜੀਤ ਸਿੰਘ ਚੰਨੀ ਜਿੱਦਾਂ ਦਾ ਵਿਚਾਰਾ ਮੁੱਖ ਮੰਤਰੀ ਬਣਿਆ,
ਮੈਨੂੰ ਸ਼ਬਦ ਵਿਚਾਰਾ ਇਸ ਕਰਕੇ ਕਹਿਣਾ ਪੈ ਰਿਹਾ ਕਿਉਂਕਿ ਸਾਡਾ ਮੁੱਖ ਮੰਤਰੀ ਹੈ, ਮੁੱਖ ਮੰਤਰੀ ਲਈ ਇਹ ਸ਼ਬਦ ਚੰਗੇ ਨਹੀਂ ਲੱਗਦੇ, ਭੱਜ ਨੱਠ ਬਹੁਤ ਕਰ ਰਹੇ ਜੀ ਜੀ, ਪਰ ਉਹਦੇ ਪੈਰ ਹੀ ਨਹੀਂ ਲੱਗਣ ਦਿੰਦੇ। ਚਰਨਜੀਤ ਸਿੰਘ ਚੰਨੀ ਕਿਤੇ ਫੰਕਸ਼ਨ ਦੇ ਵਿੱਚ ਜਾਂਦਾ, ਕਿਤੇ ਮੀਟਿੰਗ ਜਾਂਦਾ, ਦਿੱਲੀੋਂ ਟੈਲੀਫੋਨ ਆ, ਚੰਨੀ ਆਈ, ਉਹ ਵਿਚਾਰਾ ਹੈਲੀਕਾਪਟਰ ਚੱਕਦਾ ਭੱਜਦਾ ਉਧਰ ਨੂੰ, ਉੱਥੋਂ ਜਾ ਕੇ ਗੱਲਬਾਤ ਕਰਕੇ ਮੁੜ ਕੇ ਆਉਂਦਾ, ਫੇਰ ਸੱਦ ਲੈਂਦੇ। ਇਧਰਲੇ ਪਾਸੇ ਕਦੇ ਨਵਜੋਤ ਸਿੰਘ ਸਿੱਧੂ ਰੁੱਸ ਗਿਆ, ਕਦੇ ਕੋਈ ਰੁੱਸ ਗਿਆ, ਕਦੇ ਕੋਈ ਰੁੱਸ ਗਿਆ, ਉਹ ਕਦੇ ਕਿਸੇ ਦੇ ਘਰੇ ਜਾਂਦਾ, ਕਦੇ ਕਿਸੇ ਦੇ ਘਰੇ ਜਾਂਦਾ। ਅਖੀਰ ਫਿਰ ਇਹ ਗੱਲ ਆ ਗਈ ਕਿ ਨਵਜੋਤ ਸਿੰਘ ਸਿੱਧੂ ਤਾਂ ਹੁਣ ਜਿਹੜਾ ਹੈਗਾ, ਜੋ ਹਾਈ ਕਮਾਂਡ ਨੂੰ ਪਹਿਲਾਂ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਬਣਾ ਤਾਂ ਲਓਗੇ ਤੇ ਪਛਤਾਓਗੇ, ਔਰ ਇਹ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ। ਤੇ ਫਿਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਆਪਾਂ ਵੀ ਸ਼ਾਇਦ ਜ਼ਿਕਰ ਕੀਤਾ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਮਨਾਉਣ ਦਾ ਯਤਨ ਕੀਤਾ ਗਿਆ। ਐਂਡ ਚੰਨੀ ਹੋਰਾਂ ਨੇ ਵੀ ਜਾ ਕੇ ਗੱਲ ਕਹੀ ਸੀ ਕਿ ਇਹਨਾਂ ਹਾਲਾਤਾਂ ਦੇ ਵਿੱਚ ਅਮਰਿੰਦਰ ਸਿੰਘ ਜੇ ਸਾਥੋਂ ਪਾਸੇ ਹੁੰਦਾ ਤਾਂ ਸਾਨੂੰ ਨੁਕਸਾਨ ਹੋਊਗਾ, ਉਹਨੂੰ ਮਨਾਇਆ ਜਾਵੇ। ਕਹਿੰਦੇ ਆ ਜੀ ਪਰਦੇ ਦੇ ਪਿੱਛੇ ਗੱਲਬਾਤ ਵੀ ਸ਼ੁਰੂ ਹੋ ਗਈ, ਕੁਛ ਵਿਚੋਲੇ ਵੀ ਪਾਏ ਗਏ। ਵਿਚੋਲੇ ਪਾਉਣ ਤੋਂ ਬਾਅਦ ਅਮਰਿੰਦਰ ਨੇ ਜਵਾਬ ਦਿੱਤਾ ਸਿੱਧਾ ਸਪਸ਼ਟ ਕਿ ਹੁਣ ਨਹੀਂ ਹੋ ਸਕਦਾ, ਮੈਂ ਆਪਣੀ ਪਾਰਟੀ ਬਣਾਉਣ ਦਾ ਫੈਸਲਾ ਕਰ ਲਿਆ, ਮੈਂ ਉੱਧਰ ਨਹੀਂ ਜਾਊਂਗਾ। ਹੁਣ ਹਾਲਤ ਇਹ ਕਿ ਖੇਡ ਖਿਲਾਰਤਾ ਲਈ ਤੇ ਉਹ ਸੰਭਾਲਣੀ ਨਹੀਂ ਆਉਂਦੀ। ਹੁਣ ਸੰਭਾਲਣ ਕਿਵੇਂ, ਖੇਡ ਵਿਗੜੇ ਨਹੀਂ ਜ਼ਿਆਦਾ ਗਈ। ਅਖੀਰੇ ਕਿਹਾ ਗਿਆ ਚਰਨਜੀਤ ਸਿੰਘ ਚੰਨੀ ਨੂੰ, ਰਾਹੁਲ ਗਾਂਧੀ ਨੇ ਪਿਛਲੀ ਮੀਟਿੰਗ ਦੇ ਵਿੱਚ ਵੀ ਤੂੰ ਐਂ ਕਰ, ਅਮਰਿੰਦਰ ਕਹਿੰਦੇ ਬੰਦੇ ਨਾ ਪੱਟ ਕੇ ਲੈ ਜੇ, ਉਹਦੇ ਬੰਦਿਆਂ ਨੂੰ ਜਾਣ ਤੋਂ ਰੋਕ। ਉਹ ਵਿਚਾਰਾ ਹੁਣ ਕੱਲ ਗਿਆ ਜੀ ਪਹਿਲਾਂ ਜਲੰਧਰ ਜਾ ਕੇ ਉਹਨੇ 2-3 MLA ਨਾਲ ਗੱਲ ਕੀਤੀ। ਇੱਕ ਆਪਣੇ ਜਿਹੜੇ ਹੈਗੇ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ KP ਰਿਸ਼ਤੇਦਾਰ ਵੀ ਉਹਨਾਂ ਦੇ ਵੀ ਜਾ ਕੇ ਗੱਲ ਕੀਤੀ। ਉੱਥੋਂ ਫਿਰ ਵਾਪਸ ਆ ਗਏ ਚੰਡੀਗੜ੍ਹ ਆ ਕੇ ਫਿਰ ਰਾਤ ਰਾਣਾ ਆਪਣਾ ਗੁਰਮੀਤ ਸਿੰਘ ਸੋਢੀ ਫਿਰੋਜ਼ਪੁਰ ਵਾਲਾ, ਗੁਰੂ ਹਰਸਾਏ ਵਾਲਾ, ਉਹਦੇ ਘਰੇ ਗਏ। ਫਿਰ ਉੱਥੇ ਲੰਗਰ ਪਾਣੀ ਛਕਿਆ। ਉਹ ਕਦੇ ਕਿਸੇ ਨੂੰ ਬਰਿਆਉਂਦੇ, ਕਦੇ ਹੁਣ ਤਾਂ ਬਰਿਆਈ ਜਾਂਦੇ ਆ, ਬਰਿਆਉਣ ਵਾਲੀ ਗੱਲ ਆ, ਆਪਣੇ ਲੈਵਲ ਤੇ ਉਹ ਕੋਸ਼ਿਸ਼ ਕਰ ਰਹੇ। ਚੰਨੀ ਵਿਚਾਰੇ ਦੀ ਮਤਲਬ ਕੋਈ ਇਸ ਨਹੀਂ ਉਹਦੇ 'ਚ ਆਪਾਂ ਉਹਨੂੰ ਕਹਿ ਸਕਦੇ ਵੀ ਕੁਝ ਫਰੇਬ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ। ਚਲੋ ਮੁੱਖ ਮੰਤਰੀ ਬਣਨ ਵਾਸਤੇ ਹਰ ਇੱਕ ਦੀ ਗੱਲ ਕਰਨੀ ਪੈਂਦੀ, ਉਹਨੇ ਯਤਨ ਕਾਫੀ ਕੀਤੇ ਹੈ, ਕਰ ਵੀ ਰਿਹਾ। ਪਰ ਵੱਡੀ ਗੱਲ ਕਿ ਇਹ ਹੈ ਕਿ ਜਿਹੜਾ ਖਲਾਰਾ ਪੈ ਗਿਆ, ਇਹਨੂੰ ਖਲਾਰੇ ਨੂੰ ਸੰਭਾਲਿਆ ਕਿਵੇਂ ਜਾਊ। 2012 ਦੀ ਦਾਨੇ ਵਾਲੀ ਸਭ ਤੁਹਾਨੂੰ ਪਤਾ ਵੀ ਕਾਂਗਰਸ ਪਾਰਟੀ ਕਿਉਂ ਹਾਰੀ ਸੀ। ਉਸ ਵੇਲੇ ਬਹੁਤ ਸਾਰੇ ਬਾਗੀ ਖੜੇ ਹੋ ਗਏ ਸੀ, ਔਰ ਉਹਨਾਂ ਬਾਗੀਆਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੂਰੀ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਗਈ ਸੀ। ਉਸ ਮਦਦ ਦੇ ਚਲਦੇ ਉਹ ਇੰਨੀਆਂ ਵੋਟਾਂ ਲੈ ਗਏ ਕਿ ਉਹਦੇ ਨਾਲ ਕਾਂਗਰਸ ਪਾਰਟੀ ਦਾ ਬੇੜਾ ਗਰਕ ਹੋ ਗਿਆ। ਜੇ ਆਪਾਂ 2002 ਦੀ ਇਲੈਕਸ਼ਨ ਦੇਖੀਏ, ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਨੇ ਸਰਬ ਹਿੰਦ ਅਕਾਲੀ ਦਲ ਦੇ ਨਾਂ ਥੱਲੇ ਚੋਣ ਲੜੀ ਸੀ। ਬੰਦਾ ਇੱਕ ਨਹੀਂ ਜਿੱਤਿਆ ਸੀ, ਲੇਕਿਨ ਬਾਦਲ ਪਰਿਵਾਰ ਦਾ ਉਹਨਾਂ ਨੇ ਨੁਕਸਾਨ ਕਰਤਾ ਸੀ। ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਬਣ ਗਈ ਸੀ। ਉਹ ਅਮਰਿੰਦਰ ਜੀ ਨੂੰ 1997 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਟਿਕਟ ਦੇਣ ਤੋਂ ਵੀ ਇਨਕਾਰ ਕਰਤਾ ਸੀ। ਉਹ ਮੁੱਖ ਮੰਤਰੀ ਬਣ ਗਿਆ ਤੇ ਦੋਨਾਂ ਬਾਪ ਬੇਟੇ ਨੂੰ ਫਿਰ ਆਪਾਂ ਨੂੰ ਪਤਾ ਵੀ ਜੇਲ੍ਹ ਦੀ ਦਾਲ ਵੀ ਛਕਣੀ ਪਈ ਸੀ। ਇਹ ਹੋਇਆ। ਹੁਣ ਇਹ ਹੈ ਕਿ ਸਾਰਾ ਕੁਛ ਕਰੀ ਤਾਂ ਜਾਂਦੇ, ਲੇਕਿਨ ਕੱਲ ਨੂੰ ਜਦੋਂ ਟਿਕਟਾਂ ਦੇਣਗੇ, ਟਿਕਟਾਂ ਤਾਂ 117 ਸੀਟਾਂ, ਬਿਲਕੁਲ ਬੰਦੇ 117 ਤੇ ਇੱਕ ਸੀਟ ਦੇ ਉੱਤੇ 3 ਬੰਦਿਆਂ ਦਾ ਪੈਨਲ ਜਾਂਦਾ ਹੈ, ਬਿਲਕੁਲ ਉਹ ਤਾਂ 300 ਤੇ 51 ਬਣਨਗੇ। 117 ਨੂੰ ਮਿਲ ਜਾਣਗੇ ਤੇ ਬਾਕੀਆਂ ਨੂੰ ਤਾਂ ਫਿਰ ਇੱਕ ਪਲੇਟਫਾਰਮ ਚਾਹੀਦਾ ਵੀ ਆ ਜਾਓ। ਨਾਲ BJP ਨਾਲ ਕੈਪਟਨ ਅਮਰਿੰਦਰ ਸਿੰਘ ਨੇ ਸਮਝੌਤਾ ਕਰਨਾ। ਕਈ ਵਾਰੀ ਗੱਲਾਂ ਕੁਛ ਹੋਰ ਵੀ ਹੋ ਜਾਂਦੀਆਂ। ਹੁਣ ਆਪਾਂ 84 ਦੀ ਗੱਲ ਕਰਕੇ ਹਟੇ। 84 ਦੇ ਵਿੱਚ ਜੋ ਕੁਛ ਹੋਇਆ ਬਹੁਤ ਮਾੜਾ ਹੋਇਆ, ਲੇਕਿਨ 84 ਚ ਇੰਦਰਾ ਗਾਂਧੀ ਦਾ ਕਤਲ ਵੀ ਹੋਇਆ ਸੀ। ਹੁਣ ਇਸ ਵੇਲੇ ਇਹੋ ਜਿਹੇ ਭੰਬਲ ਭੂਸੇ ਦੇ ਵਿੱਚ ਕੀ ਹੋਇਆ ਕਿ ਕੱਲ ਕਿਤੇ ਸਰਕਾਰ ਦਾ ਧਿਆਨ ਨਹੀਂ ਰਿਹਾ, ਸਰਕਾਰ ਦੇ ਅਹਿਲਕਾਰਾਂ ਦਾ ਧਿਆਨ ਨਹੀਂ ਰਿਹਾ ਵੀ ਇੰਦਰਾ ਗਾਂਧੀ ਦੀ ਅੱਜ ਵਰਸੀ ਹੈ, ਉਹਨਾਂ ਨੇ ਕੋਈ ਇਸ਼ਤਿਹਾਰ ਨਾ ਦਿੱਤਾ। ਤੇ ਜਾਖੜ ਸਾਹਿਬ ਜਿਹੜੇ ਜ਼ਖਮੀ ਹੈ, ਉਹ ਜਾਖੜ ਸਾਹਿਬ ਬੜੇ ਔਖੇ ਹੋ ਗਏ। ਜਾਖੜ ਸਾਹਿਬ ਨੇ ਕਿਹਾ ਵੀ ਆ ਹੋ ਕੀ ਗਿਆ। ਇੰਦਰਾ ਗਾਂਧੀ ਕਹਿੰਦਾ ਆਇਰਨ ਲੇਡੀ ਸੀ। ਇਸ ਆਇਰਨ ਲੇਡੀ ਨੂੰ ਦਾ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਤਾਂ ਲੱਗੀ ਹੋਈ ਹੈ, ਲੇਕਿਨ ਪੰਜਾਬ ਦੇ ਵਿੱਚ ਤਾਂ ਕਹਿੰਦੇ ਸਾਡੀ ਆਪਦੀ ਸਰਕਾਰ ਸੀ। ਸਾਡੀ ਸਰਕਾਰ ਨੇ ਕਹਿੰਦੇ ਇੱਕ ਇਸ਼ਤਿਹਾਰ ਵੀ ਨਹੀਂ ਜਾਰੀ ਕੀਤਾ। ਔਰ ਉਹਨੇ ਇੱਕ ਪੁਰਾਣਾ ਇਸ਼ਤਿਹਾਰ ਜਿਹੜਾ ਪਿਛਲੇ ਸਾਲ ਵਾਲਾ ਇਸ਼ਤਿਹਾਰ ਸੀ ਉਹ ਰਿਪੀਟ ਕੀਤਾ, ਜਿਹੜਾ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਾਰੀ ਕੀਤਾ ਸੀ। ਔਰ ਕਹਿੰਦਾ ਕੀ ਹੈ, ਅਮਰਿੰਦਰ ਸਿੰਘ ਜੀ ਮੈਨੂੰ ਮਾਫ ਕਰਨਗੇ ਕਿਉਂਕਿ ਮੈਂ ਉਹਨਾਂ ਵੱਲੋਂ ਜਾਰੀ ਕੀਤਾ ਹੋਇਆ ਇਸ਼ਤਿਹਾਰ ਹੈ ਜਿਹੜਾ ਉਹਨੂੰ ਇਸਤੇਮਾਲ ਕਰ ਰਹੇ, ਪੁਰਾਣਾ ਇਸਤੇਮਾਲ ਕਰ ਰਹੇ। ਹੁਣ ਇਹਦੇ ਨਾਲ ਇੱਕ ਨਮੋਸ਼ੀ ਕਿੱਡੀ ਵੱਡੀ ਹੁੰਦੀ ਹੈ। ਨਮੋਸ਼ੀ ਆਉਣ ਤੋਂ ਬਾਅਦ ਠੀਕ ਹੈ, ਸੁਖੀ ਰੰਧਾਵਾ ਜੀ ਨੇ ਕਿਹਾ ਇੰਦਰਾ ਗਾਂਧੀ ਸਾਡੀ ਆਈਕਨ ਹੈ, ਸਾਡੇ ਦਿਲਾਂ 'ਚ ਵੱਸਦੀ ਹੈ। ਪਰ ਜੇ 2 ਅੱਖਰ ਅਖਬਾਰਾਂ 'ਚ ਆ ਜਾਂਦੇ, ਹੁਣ ਅਖਬਾਰਾਂ 'ਚ ਦੇਵੇ ਵਿਚਾਰਾ ਕਿਵੇਂ, ਚੰਨੀ ਤਾਂ ਉਲਝਿਆ ਪਿਆ, ਉਹਨੂੰ ਤਾਂ ਉਲਝਾਈਏ ਨਾ। ਪਬਲਿਕ ਰਿਲੇਸ਼ਨ ਵਾਲਿਆਂ ਨੂੰ ਟਾਈਮ ਨਹੀਂ ਮਿਲਿਆ।
ਪਬਲਿਕ ਰਿਲੇਸ਼ਨ ਵਾਲਿਆਂ ਨੂੰ ਵੀ ਜੇ ਕੋਈ ਕਹੂਗਾ ਤਾਂ ਹੀ ਉਹ ਤੇ ਕਿੰਨੇ ਵੱਡੇ ਅਫਸਰ ਆ ਪਬਲਿਕ ਰਿਲੇਸ਼ਨਾਂ ਦੇ ਕੀ ਵਾਸਤਾ ਰੋਗ ਹੈ। ਜੇ ਉਹ ਆਪਣੇ ਲੈਵਲ ਤੇ ਤਾਂ ਕੁਝ ਕਰ ਨਹੀਂ ਸਕਦੇ, ਜੁਆਇੰਟ ਡਾਇਰੈਕਟਰ ਜਿਹੜਾ ਹੈਗਾ ਸਿੱਧਾ ਚੀਫ ਮਿਨਿਸਟਰ ਕੋਲੇ ਜਾਣ ਤਾਂ ਜਾਣ, ਕਿਤੇ ਚੀਫ ਮਿਨਿਸਟਰ ਦਾ ਵਿਚਾਰਾ ਦਿੱਲੀ ਤੇ ਚੰਡੀਗੜ੍ਹ ਦੇ ਰਾਜ ਤੁਰਿਆ ਫਿਰਦਾ। ਜੇ ਤਾਂ ਜਿਹੜੇ ਦੂਜੇ ਵੱਡੇ ਅਫਸਰ ਆ ਉਹਨਾਂ ਵੱਡੇ ਅਫਸਰਾਂ ਨੇ ਇਹ ਗੱਲ ਕਹਿਣੀ ਸੀਗੀ। ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਕਿ ਜੀ ਹੁਣ ਆ ਜਿਹੜੇ ਸੁਨੀਲ ਜਾਖੜ ਹੋਰੀ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਆਲੋਚਕ ਸੀ। ਤੁਹਾਡੀ ਯਾਦ ਆ ਜਦੋਂ ਪਹਿਲਾ ਰੌਲਾ ਪਿਆ ਕੈਬਨਿਟ ਦੀ ਮੀਟਿੰਗ ਦੇ ਵਿੱਚ, ਜਾਖੜ ਸਾਹਿਬ ਵੀ ਇੱਕ ਬਤੌਰ ਕਾਂਗਰਸ ਪ੍ਰੈਜ਼ੀਡੈਂਟ ਹਾਜ਼ਰ ਸੀ ਤੇ ਸੁੱਖੀ ਰੰਧਾਵੇ ਨੂੰ ਕਿਹਾ ਵੀ ਕੱਢ ਭਾਈ, ਤੇ ਸੁੱਖੀ ਰੰਧਾਵੇ ਨੇ ਫਿਰ ਉਦੋਂ ਆਪਦਾ ਅਸਤੀਫਾ ਦੇ ਦਿੱਤਾ ਸੀ। ਉਹ ਤਾਂ ਉਹ ਸੀ, ਪਰ ਲੜਾਈ ਤੇ ਕੈਪਟਨ ਦੀ ਤੇ ਨਵਜੋਤ ਸਿੱਧੂ ਦੀ ਤੇ ਜਿਹੜੀ ਬੱਲੀ ਦੇਤੀ ਜਾਖੜ ਸਾਹਿਬ ਦੀ। ਫਿਰ ਜਾਖੜ ਸਾਹਿਬ ਦਾ ਨਾਂ ਆਉਂਦਾ ਹੈ ਵੀ ਜਾਖੜ ਸਾਹਿਬ ਨੂੰ ਮੁੱਖ ਮੰਤਰੀ ਬਣਾ ਦਿਓ। ਤੁਹਾਨੂੰ ਪਤਾ ਜਾਖੜ ਸਾਹਿਬ ਨਾਰਾਜ਼ ਹੋ ਗਏ ਸੀ। ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਸ਼ਿਮਲੇ ਤੋਂ ਆਉਂਦੇ ਉਹਨਾਂ ਨੂੰ ਦਿੱਲੀ ਨਾਲ ਵੀ ਲੈ ਗਏ ਸੀ। ਜਦੋਂ ਉਹਨਾਂ ਦੇ ਨਾਂ ਦੇ ਉੱਤੇ ਪੈਣ ਲੱਗਿਆ ਤਾਂ ਫਿਰ ਬੀਬੀ ਕਹਿੰਦੀ ਹੈ ਜੀ ਅੰਬਿਕਾ ਸੋਨੀ ਨੇ ਕਹਿਤਾ ਪੰਜਾਬ ਦੇ ਵਿੱਚ ਇਲੈਕਟਡ ਬੰਦਾ ਮੁੱਖ ਮੰਤਰੀ ਚਾਹੀਦਾ ਤੇ ਹੋਵੇ ਵੀ ਸਿੱਖ ਜੀ। ਤੇ ਹੁਣ ਜਾਖੜ ਸਾਹਿਬ ਕਹਿੰਦੇ ਦਿੱਲੀ ਬੈਠੀ ਹੈ ਬੀਬੀ ਅੰਬਿਕਾ ਸੋਨੀ, ਜਾ ਕੇ ਚੰਨੀ ਸਾਹਿਬ ਵੀ ਆਏ ਹੈ। ਇਹਨਾਂ ਹਾਲਾਤਾਂ ਦੇ ਵਿੱਚ ਕਹਿੰਦੇ ਫਿਰ ਜ਼ਰੂਰ ਕੰਸਲਟ ਕੀਤਾ ਹੋਣਾ ਜੀ, ਫਿਰ ਆਪਾਂ ਇਸ਼ਤਿਹਾਰ ਦੇਈਏ ਕਿ ਨਾ ਦੇਈਏ। ਮਤਲਬ ਕਟਹਿਰੇ 'ਚ ਖੜਾ ਕਰਨ ਦਾ ਯਤਨ ਕੀਤਾ ਜਾ ਰਿਹਾ। ਹੁਣ ਤੁਸੀਂ ਇਹ ਦੇਖੋ ਜਿੰਨੇ ਮੂੰਹ ਹੋਣੀਆਂ ਗੱਲਾਂ, ਸਭ ਦੇ ਮੂੰਹ ਅਲੱਗ ਹੈ। ਚੰਨੀ ਵਿਚਾਰਾ ਕੋਸ਼ਿਸ਼ ਬਹੁਤ ਕਰ ਰਿਹਾ ਕਿ ਕਿਵੇਂ ਨਾ ਕਿਵੇਂ ਸੰਭਾਲਿਆ ਜਾਵੇ। ਹੁਣ ਪੰਡ ਤੂੜੀ ਦੀ ਪੰਡ ਸਿੰਘਾਂ ਨੂੰ ਹੱਥ ਪਾਉਣ ਨੂੰ ਫਿਰਦਾ ਪਰ ਪੈਂਦੇ ਨਹੀਂ। ਤੂੜੀ ਦੀ ਪੰਡ ਖੁੱਲ ਗਈ, ਹੁਣ ਤੂੜੀ ਨੂੰ ਇਕੱਠੀ ਕਿਵੇਂ ਕਰੇ? ਉਹ ਗਲ 'ਚ ਪੈ ਗਈ ਜੀ, ਉਹ ਗਲ 'ਚ ਪੈ ਗਈ। ਹੁਣ ਹਾਲਤ ਆ ਜਿਹੜੀ ਚੱਕੀ ਪੰਡ ਗਲ 'ਚ ਪੈ ਜੇ ਨਾ ਉਹ ਸਾਰੇ ਪਾਸੇ ਤੂੜੀ ਖਿੱਲਰ ਜਾਂਦੀ ਹੈ। ਜੇ ਬੰਨ੍ਹਦਿਆਂ ਲੜ ਛੁੱਟ ਜੇ ਤਾਂ ਬੰਦਾ ਇਕੱਠੀ ਕਰ ਲੈਂਦਾ। ਬਿਲਕੁਲ। ਤੇ ਜਿਹੜੀ ਚੱਕੀ ਪੰਡ ਸਿਰ ਤੇ ਹੋਵੇ ਤੇ ਬੰਦਾ ਜਾਂਦਾ ਹੋਵੇ ਤੇ ਉਹ ਜਦੋਂ ਨੂੰ ਉੱਤੋਂ ਪਤਾ ਲੱਗਦਾ ਫੜਕ ਦੇ ਨੇ ਖਿੱਲਰ ਗਈ, ਦੋ ਕਰਮਾ ਉਹ ਆਪ ਤੁਰ ਜਾਂਦਾ, ਉਹ ਪੂਰੀ ਪੰਡ ਨਹੀਂ ਬਣਦੀ ਮੁੜ ਕੇ। ਬਿਲਕੁਲ ਜੀ। ਤੇ ਆਪਾਂ ਦਿੱਲੀ ਦੇ ਵਿੱਚ ਰਾਹ ਖੋਲ੍ਹਤੇ ਆ ਜੀ ਥੋੜ੍ਹੇ ਮੋਟੇ, ਪਰ ਕਿਸਾਨ ਉਹਦਾ ਵਿਰੋਧ ਕਰ ਰਹੇ ਨੇ। ਦੇਖੋ ਗੱਲ ਇਹ ਵੀ ਕਿਸਾਨ ਵਿਰੋਧ ਕਰਦੇ ਆ। ਕਿਸਾਨਾਂ ਨੂੰ ਦੋ ਕਿਸਮ ਦਾ ਡਰ ਹੈ। ਇੱਕ ਤਾਂ ਡਰ ਇਹ ਹੈ ਕਿ ਇਹ ਜਿਹੜਾ ਐਕਸਰਸਾਈਜ਼ ਕੀਤੀ ਹੈ ਜੀ, ਇਸ ਐਕਸਰਸਾਈਜ਼ ਦਾ ਕਿਤੇ ਅਗਲਾ ਪ੍ਰਭਾਵ ਇਹ ਨਾ ਹੋਵੇ ਜੀ ਕਿ ਇਹਦੇ ਬਹਾਨੇ ਦੇ ਰਾਹੀਂ ਬਿਲਕੁਲ ਕੋਈ ਸਰਕਾਰ ਕੋਈ ਐਕਸ਼ਨ ਕਰ ਦੇਵੇ ਜੀ। ਇਹ ਇੱਕ ਪਾਸੇ ਇੱਕ ਡਰ ਹੈ, ਖਾਸ ਕਰਕੇ ਚੜੂਨੀ ਸਾਹਿਬ ਨੇ ਕਿਹਾ ਕੁਛ ਹੋ ਸਕਦਾ ਹੈ। ਵੈਸੇ ਉਹਨਾਂ ਨੇ ਕਹਿ ਦਿੱਤਾ ਸੀ, ਰਾਕੇਸ਼ ਟਕੈਤ ਜੀ ਨੇ ਵੀ ਹੁਣ ਰਾਹ ਖੁੱਲ੍ਹ ਗਏ ਦਿੱਲੀ ਵਾਸਤੇ, ਹੁਣ ਅਸੀਂ ਦਿੱਲੀ ਨੂੰ ਜਾਵਾਂਗੇ। ਉਹਨਾਂ ਨੇ ਕਿਹਾ, ਪਰ ਰਾਕੇਸ਼ ਟਕੈਤ ਜਿਹੜਾ ਹੈਗਾ ਉਹ ਅੰਦਰੋਂ ਨਹੀਂ ਇਸ ਗੱਲ ਚਾਹੁੰਦਾ। ਹਾਂ, ਰਾਕੇਸ਼ ਟਕੈਤ ਦੀ ਇਹ ਆ ਗਈ, ਕਹਿੰਦੇ ਅੱਜ ਉਹਨਾਂ ਨੇ ਚੇਤਾਵਨੀ ਵੀ ਦੇ ਦਿੱਤੀ ਹੈ। ਉਹਨਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ 26 ਨਵੰਬਰ ਤੱਕ ਤੁਹਾਡੇ ਕੋਲ ਸਮਾਂ ਹੈਗਾ। 26 ਨਵੰਬਰ ਨੂੰ 1 ਸਾਲ ਪੂਰਾ ਹੋ ਜਾਣਾ, ਫਿਰ 27 ਤੋਂ ਬਾਅਦ ਕਹਿੰਦੇ ਅਸੀਂ ਹੋਰ ਨਹੀਂ ਉਡੀਕ ਸਕਦੇ, ਅਸੀਂ ਆਪਣੇ ਰੂਪ 'ਚ ਆਵਾਂਗੇ। ਦੂਜੀ ਗੱਲ ਇਹ ਹੈ ਕਿ ਜਿਹੜੇ ਰਾਹ ਖੁੱਲ੍ਹੇ, ਰਾਹ ਪਹਿਲਾਂ ਖੁੱਲ੍ਹਿਆ ਹੈ ਤੁਹਾਡਾ ਗਾਜ਼ੀਪੁਰ ਵਾਲਾ ਜੀ, ਫਿਰ ਖੁੱਲ੍ਹਿਆ ਥੋੜ੍ਹਾ ਜਿਹਾ ਟਿੱਕਰੀ ਵਾਲੇ ਦੇ ਉੱਤੇ ਵੀ ਮਤਭੇਦ ਸੀ। ਟਿੱਕਰੀ ਵਾਲੇ ਰਾਹ ਖੋਲ੍ਹਣ ਵਾਸਤੇ ਕੋਸ਼ਿਸ਼ ਕੀਤੀ ਸੀ ਸਰਕਾਰ, ਤੁਹਾਡੀ ਹਰਿਆਣੇ ਦੀ ਸਰਕਾਰ ਨੇ ਇੱਕ ਅਫਸਰਾਂ ਦੀ ਟੀਮ ਬਣਾਈ ਸੀ। ਉਸ ਟੀਮ ਨੇ ਆ ਕੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਝੱਜਰ ਦਾ ਡੀਸੀ ਤੇ ਉਹ ਸਾਰੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਖੋਲ ਲਓ, ਅਸੀਂ ਜਿਹੜੇ ਹੈਗੇ ਮਾੜਾ ਮੋਟਾ ਹੋਣੇ, ਪਰ ਸਾਡੀ ਸੁਰੱਖਿਆ ਦਾ ਤੁਹਾਡੇ ਕੋਲ ਇੰਤਜ਼ਾਮ ਕੀ ਜੋ ਨੰਗਾ ਟੱਪ ਹੋਊਗਾ ਤਾਂ ਸੁਰੱਖਿਆ ਨਹੀਂ। ਉਹਨਾਂ ਨੇ ਕਿਹਾ ਵੀ ਇੱਥੋਂ ਦੀ ਜਿਵੇਂ ਅੱਗੇ ਲੱਤੜ ਤੇ ਉੱਥੇ ਲਖੀਮਪੁਰ ਖੀਰੀ ਤੇ ਸਾਨੂੰ ਵੀ ਕੋਈ ਲੱਤੜ ਸਕਦਾ, ਅਸੀਂ ਸ਼ਾਮ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤਾਂ ਦੇਵਾਂਗੇ, ਉਦੋਂ ਬਾਅਦ ਬੰਦ। ਪਰ ਜੇ ਕੋਈ ਐਂਬੂਲੈਂਸ ਵਾਲਾ ਆਉਂਦਾ ਹੈ, ਕੋਈ ਬਹੁਤ ਜ਼ਰੂਰੀ ਕੰਮ ਵਾਲਾ, ਨਾ ਪਹਿਲਾਂ ਰੋਕਿਆ ਤੇ ਨਾ ਅਸੀਂ ਹੁਣ ਰੋਕੀਏ। ਹੁਣ ਇਹ 'ਚ ਦੋ ਗੱਲਾਂ ਹੁੰਦੀਆਂ। ਕੁਛ ਲੋਕ ਤਾਂ ਇਹ ਗੱਲ ਕਹਿ ਰਹੇ ਜੀ ਇਹ ਸੁਪਰੀਮ ਕੋਰਟ ਦਾ ਹੁਕਮ ਹੈ ਜੀ। ਬਿਲਕੁਲ ਸੁਪਰੀਮ ਕੋਰਟ ਨੇ ਕਿਹਾ ਜੀ ਵੀ ਆਮ ਜਿਹੜੇ ਹੈਗੇ ਹੈ ਰਾਹੀ ਪਾਂਦੀ, ਉਹਨਾਂ ਨੂੰ ਕੋਈ ਤਕਲੀਫ ਨਾ ਆਵੇ, ਉਹਨਾਂ ਦੀ ਖਾਤਰ ਰਾਹ ਖੁੱਲ੍ਹਣੇ ਚਾਹੀਦੇ। ਉੱਥੇ ਕਿਸਾਨਾਂ ਨੇ ਇਹ ਗੱਲ ਕਹੀ ਸੀ ਕਿ ਜੀ ਅਸੀਂ ਤਾਂ ਰਾਹ ਰੋਕਿਆ ਹੀ ਨਹੀਂ। ਰਾਹ ਤਾਂ ਰੋਕਿਆ ਦਿੱਲੀ ਪੁਲਿਸ ਨੇ ਜਾਂ ਹਰਿਆਣਾ ਪੁਲਿਸ ਨੇ, ਉਹਦਾ ਕਰੇਨਾ ਅਗਲਿਆਂ ਦੀਆਂ ਮੰਗੀਆਂ ਉਹਨਾਂ ਨੇ ਆ ਕੇ ਕਿੱਡੇ ਸਾਰਾ ਕੁਛ ਲਏ। ਉਹਨਾਂ ਨੇ ਕਿਹਾ ਜੀ ਰਾਹ ਖੁੱਲ੍ਹਣੇ ਚਾਹੀਦੇ। ਕੁਛ ਲੋਕ ਤਾਂ ਇਹ ਕਹਿੰਦੇ ਤੇ ਕੁਛ ਕਹਿੰਦੇ ਵੀ ਅੰਦਰ ਖਾਤੇ ਕੁਛ ਗੱਲ ਹੋ ਰਹੀ ਹੈ। ਹੁਣ ਸਵਾਲ ਇਹ ਦਾਨੇ ਵਾਲੀ ਸਭ, ਜੇ ਸੁਪਰੀਮ ਕੋਰਟ ਦੇ ਕਹੇ ਤੇ ਖੋਲ੍ਹਣਾ ਹੁੰਦਾ ਤਾਂ ਸੁਪਰੀਮ ਕੋਰਟ ਤਾਂ ਕਈ ਵਾਰੀ ਪਹਿਲਾਂ ਵੀ ਕਹਿ ਚੁੱਕੀ ਆ, ਉਦੋਂ ਕਿਉਂ ਨਹੀਂ ਖੋਲ੍ਹਿਆ? ਅਸਲ ਦੇ ਵਿੱਚ ਇਹ ਨਾ ਜਿਹੜਾ ਡਰ ਸਤਾਉਂਦਾ ਯੂਪੀ ਦਾ। ਯੂਪੀ ਦੇ ਵਿੱਚ ਬਹੁਤ ਵੱਡੀ ਮੁਸੀਬਤ ਖੜੀ ਹੋ ਗਈ ਹੈ। ਯੂਪੀ ਦੇ ਵਿੱਚ ਵੇਖਣ ਨੂੰ ਤਾਂ ਪਹਿਲਾਂ ਇਉਂ ਲੱਗਦਾ ਸੀ ਕਿ ਇਕੱਲੇ ਕਿਸਾਨ ਹੀ ਖਿਲਾਫ ਹੋ ਗਏ ਸਰਕਾਰ ਦੇ, ਜਾਂ ਅਖਿਲੇਸ਼ ਸਿੰਘ ਯਾਦਵ ਤੇ ਮਾਇਆਵਤੀ ਦਾ ਉਹਨਾਂ ਨੂੰ ਚੈਲੰਜ ਹੈ। ਪਰ ਹੁਣ ਨਵੀਂ ਗੱਲ ਆ ਗਈ। ਅੱਜ ਮੈਂ ਪੜ੍ਹ ਰਿਹਾ ਸੀ ਕਿਸੇ ਥਾਂ ਦੇ ਕਿ ਜਿਹੜਾ ਕੇਸ਼ਵ ਮੌਰਿਆ ਹੈ ਉੱਥੋਂ ਦਾ ਡਿਪਟੀ ਮੁੱਖ ਮੰਤਰੀ, ਉਹਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਦੱਸੋ ਵੀ ਕਿਹਦੀ ਅਗਵਾਈ 'ਚ ਲੜੋਗੇ ਅਗਲੀ ਚੋਣ? ਉਹ ਕਹਿੰਦਾ ਅਗਲੀ ਚੋਣ ਕਮਲ ਦੀ ਅਗਵਾਈ 'ਚ ਲੜਾਂਗੇ, ਕਮਲ ਦੇ ਫੁੱਲ ਚੋਣ ਨਿਸ਼ਾਨ ਤੇ। ਮਤਲਬ ਕੱਟ ਗਿਆ ਜੋਗੀ ਨੂੰ। ਪਰ ਉਹ ਤੋਂ ਪਹਿਲਾਂ
ਅਮਿਤ ਸ਼ਾਹ ਨੇ ਕੀ ਕੀਤਾ ਲਖਨਊ ਜਾ ਕੇ, यूपी च जाके अमृत शाह पहले कहते ਹੁੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ। ਹੁਣ ਅਮਿਤ ਸ਼ਾਹ ਨੇ ਕੀ ਕਿਹਾ ਜਾ ਕੇ, ਅਮਿਤ ਸ਼ਾਹ ਕਹਿੰਦਾ ਵੀ ਗੱਲ ਇਹ ਹੈ ਜੇ ਜੋਗੀ ਨਾ ਇੱਥੋਂ ਦਾ ਪ੍ਰਾਈਮ ਮਿਨਿਸਟਰ ਆਪਣਾ ਮੁੱਖ ਮੰਤਰੀ ਬਣਿਆ ਤਾਂ 2024 ਚ ਫਿਰ ਮੋਦੀ ਸਾਹਿਬ ਦਾ ਬਣਨਾ ਵੀ ਮੁਸ਼ਕਿਲ ਹੋ ਜੂ। ਅਸਲ ਕਹਾਣੀ ਆ ਯੂਪੀ ਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਬਣ ਗਏ, ਕਿਸਾਨ ਐਜੀਟੇਸ਼ਨ ਨੇ ਸਾਰੀ ਯੂਪੀ ਨੂੰ ਆਪਦੇ ਕਲਾਵੇ ਚ ਲੈ ਲਿਆ। ਜਿਹੜੇ ਉੱਥੇ ਬੰਦੇ ਸ਼ਹੀਦ ਹੋਏ ਹੈ ਉਹਨਾਂ ਸ਼ਹੀਦ ਹੋਏ ਬੰਦਿਆਂ ਨੂੰ ਇਨਸਾਫ ਨਹੀਂ ਮਿਲ ਰਿਹਾ। ਅਗਲੀ ਜਿਹੜੀ ਖਤਰਨਾਕ ਗੱਲ ਹੈ ਜੀ ਕਿ ਇੱਕ ਪਾਸੇ ਇਹ ਗੱਲ ਕਹਿ ਰਹੇ ਤੇ ਦੂਜੇ ਪਾਸੇ ਅਮਿਤ ਸ਼ਾਹ ਜਦੋਂ ਉੱਥੇ ਬੋਲਣ ਜਾਂਦਾ ਹੈ, ਉੱਥੇ ਜਾ ਕੇ ਉਹ ਕੰਪੇਨ ਕਰਦਾ ਤੇ ਕੰਪੇਨ ਦੇ ਵਿੱਚ ਉਹਦੇ ਨਾਲ ਮੰਚ ਤੇ ਖੜਾ ਕੌਣ ਹੈ ਜੀ, ਉਹੀ ਮਿਸ਼ਰਾ ਜਿਹੜਾ ਗ੍ਰਹਿ ਰਾਜ ਮੰਤਰੀ ਹੈ, ਜਿਹਦੇ ਪੁੱਤ ਨੇ ਚੰਦ ਚਾੜੇ ਆਸ਼ੀਸ਼ ਮਿਸ਼ਰੇ ਨੇ, ਉਹ ਉਹਦੇ ਨਾਲ ਖੜੋਤਾ ਹੈ। ਉਹਦੇ ਨਾਲ ਖੜੋਣ ਦਾ ਮਤਲਬ ਕੀ ਹੈ, ਉਹ ਕਹਿੰਦਾ ਵੀ ਮੈਂ ਤਾਂ ਇਹਨਾਂ ਦੇ ਨਾਲ ਖੜੋਤਾ। ਦੂਜਾ ਦਾ ਕਾਰਨ ਕੀ ਹੈ, ਕਿਉਂਕਿ ਉਹ ਬ੍ਰਾਹਮਣ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ। ਹਾਲਾਂਕਿ ਆਪਾਂ ਜਾਣਦੇ ਹਾਂ ਉਹ ਜਿਹੜਾ ਮੁੰਡਾ ਨਾਗਪੁਰ ਆਪਣਾ ਕਾਨਪੁਰ ਵਾਲਾ ਸੀ, ਕਾਨਪੁਰ ਵਾਲਾ ਜਿਹੜਾ ਸੀਗਾ ਬ੍ਰਾਹਮਣ ਭਾਈਚਾਰੇ ਸੀ ਜਿਹਨੇ 8 ਪੁਲਿਸ ਵਾਲੇ ਮਾਰੇ ਸੀਗੇ, ਉਹਨੇ ਸਰੈਂਡਰ ਵੀ ਕੀਤਾ। ਜਿਵੇਂ ਦਾ ਮੁਕਾਬਲਾ ਹੋਇਆ ਬਦਮਾਸ਼ ਸੀ, ਉਹ ਬਦਮਾਸ਼ ਮਾਰਿਆ ਗਿਆ। ਲੇਕਿਨ ਉੱਥੋਂ ਦੀ ਬ੍ਰਾਹਮਣ ਕਮਿਊਨਿਟੀ ਜਿਹਨੇ ਬੜਾ ਲੰਬਾ ਸਮਾਂ ਯੂਪੀ ਤੇ ਰਾਜ ਕੀਤਾ ਹੈ, ਉਹ ਚੁਭਦਾ ਉਹਨਾਂ ਨੂੰ। ਕਹਿੰਦੇ ਜੇ ਸਾਡੀ ਸਰਕਾਰ ਹੁੰਦੀ ਤਾਂ ਫਿਰ ਇਹ ਮਰਦਾ ਕਿਵੇਂ। ਤੇ ਉਹ ਕਹਿੰਦੇ ਵੀ ਹੁਣ ਠਾਕਰ ਵੀ ਤਾਂ ਉਹੀ ਕੁਛ ਕਰੀ ਜਾਂਦੇ ਆ, ਠਾਕਰਾਂ ਦੀ ਸਰਕਾਰ ਹੈ ਇੱਥੇ। ਇਹ ਗੱਲ ਇਹ ਇਸ ਕਰਕੇ ਜੇ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਉੱਥੇ ਹਾਲਾਤ ਬੜੇ ਮਾੜੇ। ਇਹਨਾਂ ਹਾਲਾਤਾਂ ਦੇ ਚੱਲਦਿਆਂ ਹੁਣ ਫਿਕਰ ਇਹ ਲੱਗਿਆ ਪਿਆ ਕਿ ਕਰੀਏ ਕੀ। ਸੋ ਜਿਹੜੀ ਪਰਦੇ ਦੇ ਪਿੱਛੇ ਇੱਕ ਗੱਲਬਾਤ ਚੱਲਦੀ ਹੁੰਦੀ ਹੈ, ਬਹੁਤ ਸਾਰੇ ਲੋਕ ਕਹਿੰਦੇ ਗੱਲਬਾਤ ਚੱਲ ਰਹੀ ਹੈ। ਜਦੋਂ ਆਪਾਂ ਦੇਖੀਏ ਕਿ ਜੰਗ ਵੀ ਲੱਗ ਜਾਂਦੀ ਹੈ, ਸਰਕਾਰਾਂ ਦੀ ਗੱਲਬਾਤ ਉਦੋਂ ਵੀ ਚੱਲਦੇ, ਚਿੱਟੇ ਝੰਡਿਆਂ ਤੋਂ ਬਗੈਰ ਵੀ ਚੱਲਦੀ ਹੁੰਦੀ ਹੈ। ਜਿਹੜੇ ਸਿਕਿਉਰਿਟੀ ਐਡਵਾਈਜ਼ਰ ਆ ਉਹ ਆਪਸ ਵਿੱਚ ਇੱਕ ਦੂਜੇ ਦੇ ਨਾਲ ਟੱਚ ਹੁੰਦੇ ਆ, ਹਾਰਟ ਲਾਈਨਾਂ ਪਈਆਂ ਹੁੰਦੀਆਂ। ਗੱਲ ਉਦੋਂ ਵੀ ਇਹ ਗੱਲ ਪਰਦੇ ਦੇ ਪਿੱਛੇ ਹੋ ਰਹੀ ਹੈ। ਜੋ ਮੈਨੂੰ ਲੱਗਦਾ ਕਿ ਜਿਹੜੇ ਰਾਹ ਖੋਲ੍ਹਣ ਵਾਲਾ ਪ੍ਰੋਸੈਸ ਸ਼ੁਰੂ ਹੋਇਆ ਨਾ, ਅਸਲ ਦੇ ਵਿੱਚ ਇਹ ਮਾਹੌਲ ਸਿਰਜਿਆ ਜਾ ਰਿਹਾ ਜੀ। ਕਿਉਂਕਿ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਮੀਟਿੰਗ ਬੁਲਾਉਣ ਤੋਂ ਪਹਿਲਾਂ ਇਹ ਤਾਂ ਲੱਗੇ ਨਾ ਵੀ ਮੀਟਿੰਗ ਵਾਲਾ ਮਾਹੌਲ ਬਣ ਗਿਆ। ਜਿਹੜੀ ਕੁੜੱਤਣ ਨਾਲ ਸਾਰਾ ਕੁਝ ਸਿੱਧੀਆਂ ਜਾਣ, ਹੁਣ ਬੱਸਾਂ ਸਿੱਧੀਆਂ ਜਾਣ, ਬੱਸਾਂ ਨੂੰ ਕੋਈ ਰੋਕੇ ਨਾ। ਚਲੋ ਇਹ ਹੋ ਜਾਵੇ ਕੁਛ ਤਾਂ ਹੋਈ ਨਾ ਪੋਲੀ ਸਰਕਾਰ। ਉਹ ਥੋੜਾ ਉਧਰ ਨੂੰ ਤੁਰਦੇ ਆ, ਮਤਲਬ ਜਿਵੇਂ ਕਹਿੰਦੇ ਬਹਿ ਤੁਰਦੇ ਆ, ਬਹਿ ਕੇ ਨਿਕਲਣ ਵਾਲੀ ਗੱਲ ਕਰਦੇ ਆ। ਮੈਨੂੰ ਲੱਗਦੀ ਹੈ ਕਿ ਹੁਣ ਇਹ ਅਹਿਸਾਸ ਹੋ ਗਿਆ ਕਿ ਜੇ ਯੂਪੀ ਨਾ ਰਹੀ ਤਾਂ ਦਿੱਲੀ ਨਹੀਂ ਰਹਿਣੀ, ਤੇ ਦਿੱਲੀ ਰੱਖਣੀ ਭਾਰਤੀ ਜਨਤਾ ਪਾਰਟੀ ਵਾਸਤੇ ਬਹੁਤ ਜ਼ਰੂਰੀ ਹੈ। ਉਹ ਛੱਡਣਾ ਚਾਹੁੰਦੇ ਨਹੀਂ। ਤੇ ਦਿੱਲੀ ਤਾਂ ਜਿਹੜੀ ਹੈਗੀ ਹੈ ਕਲੀਅਰ ਹੁੰਦੀ ਹੈ ਜੇ ਆਹ ਰਾਹ ਕਲੀਅਰ ਹੁੰਦੇ, ਤੇ ਜੇ ਕਿਸਾਨ ਕਲੀਅਰ ਹੋ ਕੇ ਆਪਣੇ ਘਰਾਂ ਨੂੰ ਆਉਂਦੇ। ਜੇ ਉੱਥੇ ਬੈਠੇ ਰਹਿੰਦੇ ਤਾਂ ਫੇਰ ਨਹੀਂ। ਤੇ ਕਹਿ ਵੀ ਦਿੱਤਾ ਟਕਾਇਤ ਹੋਰਾਂ ਨੇ ਕਿ 26 ਤੱਕ ਤੁਹਾਡੇ ਕੋਲੇ ਹੈ ਤੇ 26 ਤੋਂ ਬਾਅਦ ਫਿਰ ਸਾਡੇ ਕੋਲੇ ਜੀ। 26 ਨਵੰਬਰ ਤੱਕ ਬਸ ਜਿੱਦੇ ਸਾਲ ਪੂਰਾ ਹੋ ਗਿਆ ਉਹ ਤੋਂ ਬਾਅਦ ਕਹਿੰਦੇ ਫਿਰ ਦੇਖਾਂਗੇ। ਫਿਰ ਕਹਿੰਦੇ ਗੱਲਾਂ ਜਿਹੜਾ ਸ਼ਾਇਦ ਦਫ਼ਤਰਾਂ 'ਚ ਹੀ ਰੱਖਣਾ ਪਵੇ ਸਾਨੂੰ ਜਾ ਕੇ ਦਾਣੇ ਪਾਣੀ। ਉਹ ਤਾਂ ਕਹਿੰਦਾ ਵੀ ਸਾਡਾ ਝੋਨਾ ਤਾਂ ਵਿਕਦਾ ਨਹੀਂ ਉਧਰ ਯੂਪੀ 'ਚ, ਤੇ ਮੋਦੀ ਸਾਹਿਬ ਕਹਿੰਦੇ ਹਰ ਜਗ੍ਹਾ ਵੇਚੋ ਜਹਾਂ ਦਿਲ ਕਰਤਾ। ਫਿਰ ਕਹਿੰਦਾ ਦਿੱਲੀ 'ਚ ਵੇਚਾਂਗੇ ਲੈ ਕੇ, ਕਹਿੰਦੇ ਜਿਹੜੇ ਵੱਡੇ ਵੱਡੇ ਦਫ਼ਤਰ ਉੱਥੇ ਹੀ ਵੇਚਾਂਗੇ, ਉੱਥੇ ਉਹਨੂੰ ਲੋਡ ਕਰਾਂਗੇ ਜੀ। ਇੱਕ ਜੱਜ ਦੇ ਖਿਲਾਫ ਰਾਜਸਥਾਨ ਦੀ ਭਰਤ ਪੁਲਿਸ ਨੇ ਮਾਮਲਾ ਦਰਜ ਕੀਤਾ ਜੀ। ਭਰਤਪੁਰ ਪੁਲਿਸ ਨੇ ਜੱਜ ਜੀ ਤੋਂ ਲੋਕਾਂ ਨੂੰ ਇਨਸਾਫ ਦੀ ਆਸ ਹੁੰਦੀ ਹੈ, ਤੇ ਜੇ ਜੱਜ ਹੀ ਬੇਇਨਸਾਫੀਆਂ ਕਰਨ ਲੱਗ ਜੇ ਜੀ, ਤੇ ਬੇਇਨਸਾਫੀਆਂ ਵੀ ਉਹ ਕਿ ਜੇ ਅਸੀਂ ਉਹਦਾ ਜ਼ਿਕਰ ਕਰਦਿਆਂ ਨੂੰ ਆਪ ਨੂੰ ਸ਼ਰਮ ਆਉਂਦੀ ਹੈ ਕਿ ਜੱਜ ਵੀ ਭਾਰਤ ਦੇ ਵਿੱਚ ਅਜਿਹਾ ਕੁਛ ਕਰ ਸਕਦਾ ਹੈ, ਤਾਂ ਫਿਰ ਤਾਂ ਮੇਰਾ ਖਿਆਲ ਹੈ ਜੀ ਗੱਲ ਇਕੱਲੀ ਮੁਕੱਦਮਾ ਦਰਜ ਨਾਲ ਨਹੀਂ ਹੁੰਦੀ, ਇਹਦੋਂ ਗਾਂਹ ਹੋਣੀ ਚਾਹੀਦੀ ਸੀ। ਇਹਦਾ ਜੇ ਆਪਾਂ ਦੇਖੀਏ ਤਾਂ ਅੱਜ ਅਖਬਾਰਾਂ ਦੇ ਵਿੱਚ ਜਿਹੜੀ ਜੋ ਰਿਪੋਰਟ ਮੈਂ ਦੇਖ ਰਿਹਾ ਸੀ ਜੀ, ਉਹਦੇ ਮੁਤਾਬਕ ਇਹ ਹੈ ਕਿ ਇੱਕ ਮੁੰਡਾ 14 ਸਾਲ ਦੀ ਉਮਰ ਦਾ ਭਰਤਪੁਰ ਦਾ, ਉਹ ਮੁੰਡਾ ਟੈਨਿਸ ਦਾ ਖਿਡਾਰੀ ਸੀ। ਅੱਛਾ ਜੀ। ਔਰ ਉਹ ਟੈਨਿਸ ਖੇਡਣ ਵਾਸਤੇ ਜਾਂਦਾ ਹੁੰਦਾ ਸੀਗਾ ਕਿੱਥੇ ਜੀ, ਉਹਨਾਂ ਦਾ ਕੋਈ ਡਿਸਟ੍ਰਿਕਟ ਕਲੱਬ ਬਣਿਆ ਭਰਤਪੁਰ ਦਾ, ਉਹਦੇ ਵਿੱਚ ਉਹਨਾਂ ਦਾ ਕੋਈ ਗਰਾਊਂਡ ਸੀ, ਉੱਥੇ ਟੈਨਿਸ ਖੇਡਦਾ ਹੁੰਦਾ ਸੀ। ਉੱਥੇ ਵੱਡੇ ਵੱਡੇ ਅਫਸਰ ਵੀ ਟੈਨਿਸ ਖੇਡਣ ਵਾਸਤੇ ਆਉਂਦੇ। ਔਰ ਜਿਹੜਾ ਉੱਥੇ ਇੱਕ ਐਂਟੀ ਕਰਪਸ਼ਨ ਵਿਸ਼ੇਸ਼ ਅਦਾਲਤ ਹੈ ਜੀ, ਉਸ ਅਦਾਲਤ ਦਾ ਇੱਕ ਜੱਜ ਹੈ ਜਿਹਦਾ ਨਾਂ ਹੈ ਜਤਿੰਦਰ ਸਿੰਘ ਗੁਲੀਆ। ਅੱਛਾ ਜੀ। ਜਤਿੰਦਰ ਸਿੰਘ ਗੁਲੀਆ ਵੀ ਆਉਂਦਾ ਹੁੰਦਾ ਸੀ। ਜਤਿੰਦਰ ਸਿੰਘ ਗੁਲੀਆ ਨੇ ਦੇਖਿਆ ਮੁੰਡਾ ਖੇਡਦਾ ਚੰਗਾ, ਮੁੰਡੇ ਦੇ ਨਾਲ ਨੇੜਤਾ ਬਣਾਉਣੀ ਸ਼ੁਰੂ ਕਰਤੀ, ਉਹਨੂੰ ਪਲੋਸਣਾ ਸ਼ੁਰੂ ਕਰਤਾ, ਬੱਚੇ ਐਂ ਕਰ। ਫਿਰ ਉਹਦੇ ਨਾਲ ਹੌਲੀ ਹੌਲੀ ਉਹਨੂੰ ਆਪਣੇ ਘਰੇ ਲੈ ਗਿਆ। ਅੱਛਾ। ਘਰੇ ਲੈ ਜਾਣ ਤੋਂ ਬਾਅਦ ਕਹਿੰਦੇ ਵੀ ਉਹਨੂੰ ਕੋਈ ਪੀਣ ਵਾਸਤੇ ਪਦਾਰਥ ਦਿੱਤਾ ਤੇ ਉਹਦੇ ਵਿੱਚ ਕੋਈ ਨਸ਼ੀਲਾ ਪਦਾਰਥ ਪਾਇਆ ਹੋਇਆ ਸੀ। ਉਹ ਤੋਂ ਬਾਅਦ ਉਸ ਬੱਚੇ ਨਾਲ ਬਦਫੈਲੀ ਕੀਤੀ ਜੀ। ਫਿਰ ਇਹ ਸਿਲਸਿਲਾ 1 ਦਿਨ ਨਹੀਂ 2 ਦਿਨ ਨਹੀਂ, ਇਹ ਲਗਾਤਾਰ ਚੱਲਦਾ ਰਿਹਾ। ਲਗਾਤਾਰ ਚੱਲਦੇ ਰਹਿਣ ਤੋਂ ਬਾਅਦ ਉਹਨੇ ਉਹਦੀ ਵੀਡੀਓਗ੍ਰਾਫੀ ਵੀ ਕੀਤੀ। ਅੱਛਾ। ਇਕੱਲਾ ਆਪ ਨਹੀਂ, ਨਾਲ ਉਹਦੇ 2 ਉਹਦੇ ਸਹਾਇਕ ਹੋਰ ਸੀ, ਸ਼ਾਇਦ ਉਹ ਗਨਮੈਨ ਵਗੈਰਾ ਹੋਣਗੇ ਜਾਂ ਉਹਦੇ ਅਮਲੇ ਦੇ ਵਿੱਚ, ਉਹਨਾਂ ਨੇ ਵੀ ਉਹੀ ਕੁਛ ਕੀਤਾ।
ਮੁੰਡਾ ਚੁੱਪ ਕਰਕੇ ਰਹਿਣ ਲੱਗ ਗਿਆ ਜੀ। ਡਰਿਆ। ਮਾਂ ਨੇ ਪੁੱਛਿਆ ਵੀ ਗੱਲ ਕੀ ਹੈ। ਮਾਂ ਨੂੰ ਦੱਸੇ ਤਾਂ ਦੱਸੇ ਕੀ ਜੀ, ਕੁਛ ਨਹੀਂ ਦੱਸਿਆ ਮਾਂ ਨੂੰ। ਇੱਕ ਦਿਨ ਕੀ ਹੋਇਆ ਕਿ ਉਹੀ ਜੱਜ ਉਹਦੇ ਘਰ ਤੱਕ ਆਇਆ ਛੱਡਣ ਵਾਸਤੇ। ਅੱਛਾ ਜੀ। ਜਦੋਂ ਘਰ ਤੱਕ ਛੱਡਣ ਵਾਸਤੇ ਆਇਆ ਤੇ ਮਾਂ ਆਪਣੇ ਉੱਪਰ ਖੜੀ ਹੈ। ਉਹਨੇ ਜਦੋਂ ਬੱਚੇ ਨੂੰ ਲਾਹਿਆ ਆਪਦੀ ਗੱਡੀ 'ਚੋਂ ਜੱਟੇ ਤੈਨੂੰ ਕਿਸ ਕੀਤਾ। ਕਿਸ ਕਰਨ ਤੋਂ ਬਾਅਦ ਮਾਂ ਨੂੰ ਸ਼ੱਕ ਪੈ ਗਿਆ ਕਿ ਇਹ ਬੰਦਾ ਕੌਣ ਕਰ ਰਿਹਾ। ਉਹਨੇ ਪੁੱਛਿਆ ਇਹ ਕੌਣ ਹੈ? ਕਹਿੰਦੇ ਜੱਜ ਹੈ। ਮਾਂ ਨੇ ਕਿਹਾ ਵੀ ਦੱਸ ਕੀ ਗੱਲ ਹੈ। ਉਹ ਕਹਿੰਦਾ ਬਹੁਤ ਮਾੜੇ ਬੰਦੇ ਹੈ, ਬਹੁਤ ਖਤਰਨਾਕ ਹੈ, ਤਬਾਹ ਕਰ ਦੇਣਗੇ ਆਪਾਂ ਨੂੰ। ਇਹਨੇ ਕਿਹਾ ਵੀ ਤੇਰੇ ਭਰਾ ਨੂੰ ਜਿਹੜਾ ਫੜ ਕੇ ਜੇਲ੍ਹ ਸਿੱਟ ਦਿਆਂਗੇ, ਤੇਰੀ ਮਾਂ ਨੂੰ ਜੇਲ੍ਹ ਸਿੱਟ ਦਿਆਂਗੇ, ਜੋ ਕੁਛ ਤੇਰੇ ਨਾਲ ਕਰਦਾ ਤੇਰੀ ਮਾਂ ਨਾਲ ਵੀ ਇਹੀ ਕੁਛ ਕਰੋ। ਅੱਛਾ ਜੀ। ਇਹ ਗੱਲ ਨਹੀਂ ਕਰਨੀ ਕਿਸੇ ਕੋਲ, ਤੂੰ ਘਰਦਿਆਂ ਕੋਲ ਨਹੀਂ ਦੱਸਿਆ। ਮਾਂ ਨੇ ਥੋੜੀ ਸਖਤੀ ਕੀਤੀ, ਡਾਂਟਿਆ ਬੱਚੇ ਨੂੰ ਤੇ ਉਹ ਬੱਚੇ ਨੇ ਸਾਰੀ ਗੱਲ ਦੱਸ ਕਹਾਣੀ ਬਰਤਾਂਤ। ਹੁਣ ਜਦੋਂ ਕਹਾਣੀ ਗੱਲ ਦੱਸਤੀ ਤੇ ਇਹ ਰੌਲਾ ਪੈ ਗਿਆ, ਰਫੜ ਪੈ ਗਿਆ। ਇਹਦਾ ਪਤਾ ਲੱਗਿਆ ਮਾਂ ਨੇ ਬੱਚੇ ਨੂੰ ਜਾਣ ਤੋਂ ਬੰਦ ਕਰ ਲਿਆ ਕਿ ਨਹੀਂ ਜਾਣਾ, ਖੇਡਣ ਵਾਸਤੇ ਕੋਈ ਨਹੀਂ, ਆਪਦੇ ਘਰੇ ਰਹੇ। ਫਿਰ ਉਹਨੂੰ ਜੀ ਪੁਲਿਸ ਲੈ ਕੇ ਉਹਦੇ ਘਰੇ ਆ ਗਈ ਜੀ ਕਿ ਬੱਚੇ ਨੂੰ ਤੂੰ ਆਉਣ ਨਹੀਂ ਦਿੰਦੀ, ਅਸੀਂ ਆਹ ਕਰਾਂਗੇ ਜੋ ਕਰਾਂਗੇ। ਅੱਛਾ, ਇੱਥੋਂ ਤੱਕ ਹੌਸਲਾ ਵੱਧ ਗਿਆ। ਬਿਲਕੁਲ ਬੰਦਾ ਡਰ ਜਾਂਦਾ। ਪਰ ਜੱਜ ਸੀ ਨਾ, ਉਹ ਕਾਨੂੰਨ ਦਾ ਜਿਵੇਂ ਕਹਿੰਦੇ ਹੁੰਦੇ ਨਾ ਵੀ ਧਾਰਮਿਕ ਬੰਦੇ ਨੂੰ ਧਰਮ ਤੋਂ ਡਰ ਨਹੀਂ ਲੱਗਦਾ, ਇਹਨੂੰ ਐ ਹੋ ਗਿਆ ਵੀ ਕਾਨੂੰਨ ਤਾਂ ਮੇਰੇ ਹੱਥ ਹੀ ਹੈ। ਹਾਂਜੀ, ਉਹਨਾਂ ਨੇ ਜਰਕਾਇਆ, ਬਹੁਤ ਜਰਕਾਇਆ। ਜਰਕਾਉਣ ਤੋਂ ਬਾਅਦ ਉਹ ਨਹੀਂ ਮਾਂ ਦੀ ਧੀ ਜਿਹੜੀ ਹੈ, ਮਾਂ ਉਹਦੀ ਡਟੀ ਰਹੀ ਜੀ। ਫਿਰ ਜਿਹੜੇ ਉਹਦੇ ਦੋ ਸਹਾਇਕ ਸੀ ਜਾਂ ਉਹਦੇ ਅਹਿਲਕਾਰ ਸੀ ਉਹ ਆਏ ਤੇ ਉਹਨਾਂ ਨੇ ਦੇਖਿਆ ਗੱਲ ਵੱਧ ਰਹੀ ਹੈ। ਉਹਨਾਂ ਨੇ ਮਾਫੀ ਮੰਗ ਲਈ ਜੀ। ਮਾਫੀ ਮੰਗਣ ਤੋਂ ਬਾਅਦ ਉਹ ਕਹਿੰਦੀ ਵੀ ਨਹੀਂ। ਫਿਰ ਜੱਜ ਆਪ ਆਇਆ। ਜੱਜ ਨੇ ਆਪ ਮਾਫੀ ਮੰਗੀ। ਸਲਾਮ ਕਰਨਾ ਬਣਦਾ ਉਸ ਮਾਂ ਨੂੰ ਜਿਹੜੀ ਮਾਂ ਨੇ ਇੱਕ ਗੁਪਤ ਕੈਮਰੇ ਦੇ ਨਾਲ ਜੱਜ ਦੀ ਜਿਹੜੀ ਹੈ ਸਾਰੀ ਵੀਡੀਓਗ੍ਰਾਫੀ ਰਿਕਾਰਡਿੰਗ ਕਰ ਲਈ, ਜਿਹੜੀ ਉਹ ਮਾਫੀ ਮੰਗਦਾ ਸੀ। ਉਹਨੇ ਸੋਸ਼ਲ ਮੀਡੀਆ ਤੇ ਅਪਲੋਡ ਕਰਤੀ। ਸੋਸ਼ਲ ਮੀਡੀਆ ਤੇ ਜੋ ਅਪਲੋਡ ਕਰਤੀ, ਸਾਰੇ ਰਾਜਸਥਾਨ ਤਹਿਲਕਾ ਮਚ ਗਿਆ। ਤਹਿਲਕਾ ਮਚਣ ਤੋਂ ਬਾਅਦ ਹਾਈ ਕੋਰਟ ਨੇ ਸਸਪੈਂਡ ਵੀ ਕਰਤਾ ਉਹਨੂੰ। ਤੇ ਫਿਰ ਮਤਲਬ ਮੇਰਾ ਖਿਆਲ ਹੈ ਵੀ ਕਿ ਆਮ ਤੌਰ 'ਤੇ ਜਿਹੜਾ ਪੁਲਿਸ ਦਾ ਪ੍ਰੋਸੀਜਰ ਹੈ, ਇਹਦੀ ਪੁਲਿਸ ਕੋਲੇ ਪੀੜਤ ਗਏ ਤੇ ਪੀੜਤ ਨੇ ਜਾ ਕੇ ਆਪਣੀ ਐਪਲੀਕੇਸ਼ਨ ਦਿੱਤੀ ਹੈ ਜਾਂ ਆਪਣਾ ਬਿਆਨ ਦਰਜ ਕਰਾਇਆ ਤੇ ਫਿਰ ਮੁਕੱਦਮਾ ਦਰਜ ਹੋ ਗਿਆ। ਮੈਨੂੰ ਲੱਗਦਾ ਇਹ ਹੈ ਕਿ ਜਦੋਂ ਇਹ ਇੰਨੀ ਵਾਇਰਲ ਹੋ ਗਈ ਉਸ ਵੇਲੇ ਸਰਕਾਰ ਵੀ ਹਰਕਤ 'ਚ ਆਈ ਹੋਣੀ ਆ ਔਰ ਹਾਈ ਕੋਰਟ ਵੀ ਹਰਕਤ 'ਚ ਆਈ। ਉਹ ਤੋਂ ਬਾਅਦ ਜੀ ਉਹਨਾਂ ਦਾ ਬਿਆਨ ਮੁੰਡੇ ਦਾ ਲਿਆ। ਬਿਆਨ ਲੈਣ ਤੋਂ ਬਾਅਦ ਪੋਸਕੋ ਐਕਟ ਅਧੀਨ, ਅੱਛਾ ਜੀ, ਪੋਸਕੋ ਐਕਟ ਜਿਹੜੀਆਂ ਦੂਜੀਆਂ ਧਾਰਾਵਾਂ ਤਾਂ ਲੱਗਣੀਆਂ ਸੀ, ਪੋਸਕੋ ਐਕਟ ਦੇ ਤਹਿਤ ਉਹਨਾਂ ਨੇ ਮੁਕੱਦਮਾ ਦਰਜ ਕਰ ਲਿਆ ਜੱਜ ਦੇ ਖਿਲਾਫ ਜੀ। ਹੁਣ ਦਾਨੇਵਾਲੀਆ ਸਾਹਿਬ ਤੁਸੀਂ ਦੇਖੋ, ਜੇ ਬਾਹਰ ਹੀ ਖੇਤ ਨੂੰ ਖਾਣ ਲੱਗ ਜੇ, ਕਿੱਥੇ ਅਸੀਂ ਇਨਸਾਫ ਕਿਤੋਂ ਪਾਲਾਂਗੇ? ਜੀ ਜੀ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਗੱਲਾਂ ਕਰਦੇ ਹਾਂ। ਜੇ ਇਸ ਕਿਸਮ ਦੇ ਸਾਡੇ ਲੋਕ ਵੱਡੀਆਂ ਛੋਟੇ ਲੋਕ ਜਦੋਂ ਵੱਡੇ ਅਹੁਦਿਆਂ ਤੇ ਪਹੁੰਚ ਜਾਂਦੇ ਉਦੋਂ ਮਾਰ ਪੈਂਦੀ ਹੈ। ਉਦੋਂ ਮਾਰ ਪੈਂਦੀ ਹੈ। ਇਹ ਢਿੱਲੋਂ ਸਾਹਿਬ, ਜਦੋਂ ਇਹ ਮਾਮਲਾ ਚੱਲ ਰਿਹਾ ਸੀ, ਮੈਂ ਪੜ੍ਹ ਰਿਹਾ ਸੀ ਹੁਣੇ, ਜਦੋਂ ਤੁਸੀਂ ਗੱਲ ਕਰ ਰਹੀ ਤਾਂ ਜੱਜ ਨੇ ਡੀਐਸਪੀ ਪੁਲਿਸ ਦਾ ਵੀ ਰਸੂਖ ਮੰਨਿਆ ਤੇ ਜਦੋਂ ਡੀਐਸਪੀ ਨੇ ਵੀ ਧਮਕਾਇਆ, ਉਹ ਆਡੀਓ ਵੀ ਬਾਹਰ ਆ ਗਈ। ਤੇ ਹੁਣ ਡੀਐਸਪੀ ਜਿਹੜਾ ਹੈਗਾ ਇਹਦੇ ਨਾਲ ਜੱਜ ਦੇ ਜਤਿੰਦਰ ਗੁਲੀਆ ਦੇ ਨਾਲ ਪਰਮੇਸ਼ਵਰ ਲਾਲ ਯਾਦਵ, ਉਹਨੂੰ ਵੀ ਸਸਪੈਂਡ ਕਰਤਾ। ਚਲੋ ਸਟੇਟ ਗਵਰਨਮੈਂਟ ਨੇ ਫਿਰ ਉਹਨੂੰ ਵੀ ਬਹੁਤ ਵਧੀਆ ਕੀਤਾ, ਕਰਨਾ ਚਾਹੀਦਾ ਸੀ। ਇਹ ਉਹਨੂੰ ਵੀ ਸਸਪੈਂਡ ਕਰਤਾ ਜੀ ਜੀ। ਸੋ ਇਹ ਸਾਰਾ ਮਾਮਲਾ ਹੋਇਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਬਾਦਸਤੂਰ ਜਾਰੀ ਰਹਿਣਗੇ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ।